ਹੈਲੋ ਸਟੂਡੈਂਟਸ, ਪਿਆਰੇ ਵਿਦਿਆਰਥੀਓ, ਆਨਲਾਈਨ ਬਾਇਓਲੋਜੀ ਕਲਾਸਿਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਅਸੀਂ 10+2 ਦਾ ਯੂਨਿਟ 2 ਜੈਨੇਟਿਕਸ ਕਰ ਰਹੇ ਹਾਂ। ਯੂਨਿਟ 2 ਦਾ ਚੈਪਟਰ ਨੰਬਰ 5 ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ। ਇਸ ਚੈਪਟਰ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਜੈਨੇਟਿਕ ਡਿਸਆਰਡਰਸ ਜੋ ਕਿ ਅਸੀਂ ਅੱਜ ਦੇ ਇਸ ਲੈਕਚਰ ਵਿੱਚ ਡਿਸਕਸ ਕਰਾਂਗੇ। ਇਹ ਬੇਟਾ ਇੱਕ ਬਹੁਤ ਹੀ ਇੰਟਰਸਟਿੰਗ ਤੇ ਬਹੁਤ ਹੀ ਇੰਪੋਰਟੈਂਟ ਟੌਪਿਕ ਹੈਗਾ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਇਸ ਟੌਪਿਕ ਦੇ ਵਿੱਚ ਕੀ ਕੁਝ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਬੇਟਾ ਅਸੀਂ ਜੈਨੇਟਿਕ ਡਿਸਆਰਡਰਸ ਕੀ ਨੇ ਇਹਨਾਂ ਬਾਰੇ ਪੜ੍ਹਾਂਗੇ। ਦੈਨ ਟਾਈਪਸ ਆਫ ਜੈਨੇਟਿਕ ਡਿਸਆਰਡਰਸ। ਦੈਨ ਬੇਟਾ ਮੈਂਡੇਲੀਅਨ ਡਿਸਆਰਡਰਸ ਦੇ ਵਿੱਚ ਜੈਨੇਟਿਕ ਡਿਸਆਰਡਰਸ ਦੇ ਵਿੱਚ ਅਸੀਂ 4 ਬਹੁਤ ਹੀ ਇੰਪੋਰਟੈਂਟ ਐਗਜ਼ਾਮਪਲਸ ਸਟੱਡੀ ਕਰਾਂਗੇ, ਜਿਨ੍ਹਾਂ ਦੇ ਵਿੱਚ ਹੈ ਰੈੱਡ ਗ੍ਰੀਨ ਕਲਰ ਬਲਾਈਂਡਨੈਸ, ਹੀਮੋਫੀਲੀਆ, ਫਿਨਾਈਲ ਕੀਟੋਨਯੂਰੀਆ ਐਂਡ ਸਿਕਲ ਸੈੱਲ ਐਨੀਮੀਆ। ਅਸੀਂ ਬੇਟਾ ਜੈਨੇਟਿਕ ਡਿਸਆਰਡਰਸ ਦੇ ਵਿੱਚ ਇਹਨਾਂ ਚਾਰੋਂ ਐਗਜ਼ਾਮਪਲਸ ਨੂੰ ਲੈ ਕੇ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਇਹ ਟੌਪਿਕ ਸਟੱਡੀ ਕਰਨ ਵਾਲੇ ਹਾਂ। ਸੋ ਅਸੀਂ ਬੇਟਾ ਹੁਣ ਸਟਾਰਟ ਕਰ ਰਹੇ ਹਾਂ ਆਪਣਾ ਟੌਪਿਕ ਜੈਨੇਟਿਕ ਡਿਸਆਰਡਰਸ। ਸੋ ਬੇਟਾ ਅਸੀਂ ਗੱਲ ਕਰ ਰਹੇ ਹਾਂ ਜੈਨੇਟਿਕ ਡਿਸਆਰਡਰਸ ਦੀ। ਜੈਨੇਟਿਕ ਡਿਸਆਰਡਰਸ ਨੂੰ ਡਿਟੇਲ ਦੇ ਵਿੱਚ ਪੜ੍ਹਨ ਤੋਂ ਪਹਿਲਾਂ ਬੇਟਾ ਸਾਡੇ ਲਈ ਇਹ ਟਰਮ ਬਾਰੇ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਡਿਸਆਰਡਰਸ ਕੀ ਹੁੰਦੇ ਨੇ। ਡਿਸਆਰਡਰਸ ਜਾਂ ਡਿਜ਼ੀਜ਼ ਜਾਂ ਡਿਸਕੰਫਰਟ ਜਾਂ ਡਿਸੇਬਿਲਿਟੀ ਕੁਛ ਵੀ ਬੇਟਾ ਇਸ ਤਰ੍ਹਾਂ ਦਾ ਵਿਚ ਇਜ਼ ਨਾਟ ਨਾਰਮਲ, ਵਿਚ ਇਜ਼ ਨਾਟ ਆਰਡਰਲੀ। ਸਾਡੀ ਬਾਡੀ ਦੇ ਵਿੱਚ ਜੇ ਕੋਈ ਚੀਜ਼ ਆਰਡਰ ਦੇ ਵਿੱਚ ਨਹੀਂ ਹੈਗੀ, ਸਾਡੀ ਬਾਡੀ 'ਚ ਕੋਈ ਡਿਸਕੰਫਰਟ ਹੈ, ਕੋਈ ਡਿਸਏਬਿਲਿਟੀ ਹੈ, ਕੋਈ ਵੀ ਇਹੋ ਜਿਹੀ ਚੀਜ਼ ਵਿਚ ਅੰਪੇਅਰਸ ਆਰ ਹੈਲਥ, ਜਿਹੜੀ ਸਾਡੀ ਹੈਲਥ ਨੂੰ ਖਰਾਬ ਕਰਦੀ ਹੈ, ਅਸੀਂ ਉਸ ਨੂੰ ਡਿਜ਼ੀਜ਼ ਜਾਂ ਡਿਸਆਰਡਰ ਬੋਲ ਦਿੰਦੇ ਹਾਂ। ਜਿਹੜੀ ਡਿਜ਼ੀਜ਼ ਬੇਟਾ ਸਾਡੀ ਬਾਡੀ ਦੇ ਵਿੱਚ ਕੋਈ ਹੋਈ ਹੈ, ਉਹ ਮੇਨਲੀ ਅਸੀਂ ਇਹਨਾਂ ਨੂੰ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਕੁਝ ਕੁ ਡਿਸਆਰਡਰਸ ਤਾਂ ਬੇਟਾ ਇਸ ਤਰ੍ਹਾਂ ਦੇ ਹੁੰਦੇ ਨੇ ਵਿਚ ਡਿਸਆਰਡਰਸ ਆਰ ਪ੍ਰੈਜੈਂਟ ਬਾਈ ਬਰਥ, ਉਹ ਸਾਡੇ ਬਰਥ ਤੋਂ ਪ੍ਰੈਜੈਂਟ ਨੇ। ਵੇਅਰਐਜ਼ ਕੁਛ ਕੁ ਇਹੋ ਜਿਹੇ ਡਿਸਆਰਡਰਸ ਨੇ ਜਿਹੜੇ ਅਸੀਂ ਬੇਟਾ ਆਪਣੀ ਲਾਈਫ ਟਾਈਮ ਦੇ ਵਿੱਚ ਅਕਵਾਇਰ ਕਰਦੇ ਹਾਂ, ਅਸੀਂ ਉਹਨਾਂ ਨੂੰ ਬੇਟਾ ਬੋਲ ਦਿੰਦੇ ਹਾਂ ਅਕਵਾਇਰਡ ਡਿਸਆਰਡਰਸ। ਜੇ ਬੇਟਾ ਹੁਣ ਅਸੀਂ ਆਪਣੇ ਪ੍ਰੈਜੈਂਟ ਟੌਪਿਕ ਦੀ ਗੱਲ ਕਰੀਏ ਜੈਨੇਟਿਕ ਡਿਸਆਰਡਰਸ, ਐਜ਼ ਦਿਸ ਇਜ਼ ਵੈਰੀ ਕਲੀਅਰ ਕਿ ਸਾਡੀ ਜੈਨੇਟਿਕਸ ਦੇ ਨਾਲ ਰਿਲੇਟਡ ਹੈਗੇ ਨੇ। ਇਟ ਮੀਨਸ ਇਹ ਇਨਹੈਰੀਟੇਬਲ ਨੇ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਜਾ ਰਹੇ ਹੈ। ਸੋ ਬੇਟਾ ਇਹ ਸਾਡੀ ਫਸਟ ਕੈਟਾਗਰੀ ਜੋ ਹੈ ਦਾ ਡਿਸਆਰਡਰਸ ਵਿਚ ਆਰ ਪ੍ਰੈਜੈਂਟ ਬਾਈ ਬਰਥ, ਉਸ ਕੈਟਾਗਰੀ ਦੇ ਵਿੱਚ ਆਉਂਦੇ ਹੈ। ਸੋ ਬੇਟਾ ਫਸਟ ਆਫ ਆਲ ਅਸੀਂ ਡੈਫੀਨੇਸ਼ਨ ਦੇਖਦੇ ਹਾਂ ਕਿ ਜੈਨੇਟਿਕ ਡਿਸਆਰਡਰਸ ਕੀ ਹੁੰਦੇ ਹੈ। ਜੈਨੇਟਿਕ ਡਿਸਆਰਡਰ ਇੱਕ ਇਸ ਤਰ੍ਹਾਂ ਦੀ ਹੈਲਥ ਪ੍ਰੋਬਲਮ ਹੈ which is caused by one or more abnormalities in the genome। ਜੋ ਸਾਡੇ ਜੀਨੋਮ ਹੈ, ਜੀਨੋਮ ਦੇ ਵਿੱਚ ਜੇ ਕੋਈ ਅਬਨੋਰਮੈਲਿਟੀ ਹੈ, ਉਹਨਾਂ ਅਬਨੋਰਮੈਲਿਟੀਜ਼ ਕਰਕੇ ਹੋਣ ਵਾਲੇ ਡਿਸਆਰਡਰਸ ਨੂੰ ਅਸੀਂ ਜੈਨੇਟਿਕ ਡਿਸਆਰਡਰਸ ਬੋਲਦੇ ਹਾਂ। ਜੇ ਬੇਟਾ ਅਸੀਂ ਜੈਨੇਟਿਕ ਡਿਸਆਰਡਰ ਦੇ ਕਾਜ਼ ਦੀ ਗੱਲ ਕਰੀਏ ਕਿ ਜੈਨੇਟਿਕ ਡਿਸਆਰਡਰ ਹੁੰਦੇ ਕਿਉਂ ਨੇ, ਸਾਡੇ ਜੀਨੋਮ ਦੇ ਵਿੱਚ, ਸਾਡੇ ਜੀਨਸ ਦੇ ਵਿੱਚ ਕੋਈ ਚੇਂਜਸ ਕਿਉਂ ਆਉਂਦੀਆਂ ਨੇ, ਕਿਹਦੇ ਕਰਕੇ ਕੋਈ ਜਿਹੜਾ ਹੈਗਾ ਡਿਜ਼ੀਜ਼ ਹੁੰਦੀ ਹੈ, ਤਾਂ ਉਸ ਦੇ ਬੇਟਾ ਜਿਹੜੇ ਰੀਜ਼ਨਸ ਨੇ, ਉਸ ਦੇ ਜੋ ਕਾਜ਼ ਹੈਗੇ ਹੈ, ਇਹਨਾਂ ਨੂੰ ਬੇਟਾ ਅਸੀਂ ਬਰੋਡਲੀ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਸਭ ਤੋਂ ਪਹਿਲੀ ਜਿਹੜੀ ਕੈਟਾਗਰੀ ਹੈ ਦੈਟ ਇਜ਼ ਕਾਜ਼ਡ ਬਾਈ ਮਿਊਟੇਸ਼ਨ ਇਨ ਅ ਸਿੰਗਲ ਜੀਨ ਔਰ ਮਲਟੀਪਲ ਜੀਨ। ਇੱਕ ਸਿੰਗਲ ਜੀਨ ਜਾਂ ਮਲਟੀਪਲ ਜੀਨਸ ਦੇ ਵਿੱਚ ਜੇ ਕੋਈ ਮਿਊਟੇਸ਼ਨ ਹੁੰਦੀ ਹੈ ਜਾਂ ਕੋਈ ਸਡਨ ਚੇਂਜ ਹੁੰਦੀ ਹੈ, ਉਸ ਨੂੰ ਅਸੀਂ ਬੇਟਾ ਜਿਹੜਾ ਬੋਲ ਦਿੰਦੇ ਹਾਂ ਜੈਨੇਟਿਕ ਡਿਸਆਰਡਰ ਦਾ ਰੀਜ਼ਨ। ਔਰ ਦੂਸਰਾ ਜੈਨੇਟਿਕ ਡਿਸਆਰਡਰ ਦਾ ਜੋ ਰੀਜ਼ਨ ਹੈ ਦੈਟ ਇਜ਼ ਬਾਈ ਕ੍ਰੋਮੋਸੋਮਲ ਅਬਨੋਰਮੈਲਿਟੀ। ਕ੍ਰੋਮੋਸੋਮਸ ਜਿਹੜੇ ਹੈਗੇ ਨੇ ਉਹ ਪ੍ਰੋਪਰਲੀ ਕੰਮ ਨਹੀਂ ਹੈਗੇ, ਉਹਨਾਂ ਦੇ ਵਿੱਚ ਕੋਈ ਅਬਨੋਰਮੈਲਿਟੀ ਆ ਗਈ, ਉਹਨਾਂ ਦੇ ਸਟਰਕਚਰ ਦੇ ਵਿੱਚ ਕੋਈ ਅਬਨੋਰਮੈਲਿਟੀ ਆ ਗਈ, ਤਾਂ ਉਸ ਦੇ ਕਰਕੇ ਜਿਹੜੇ ਹੈਗੇ ਨੇ ਉਹ ਵੀ ਜੈਨੇਟਿਕ ਡਿਸਆਰਡਰ ਹੋ ਸਕਦੇ ਹੈ। ਤਾਂ ਬਟ ਸਭ ਤੋਂ ਫਸਟ ਕਾਜ਼ ਜੋ ਹੈ ਉਸ ਦੇ ਵਿੱਚ ਮੈਂ ਗੱਲ ਕੀਤੀ ਹੈ ਕਿ ਦਿਸ ਇਜ਼ ਕਾਜ਼ਡ ਬਾਈ ਮਿਊਟੇਸ਼ਨ ਇਨ ਅ ਸਿੰਗਲ ਜੀਨ ਔਰ ਮਲਟੀਪਲ ਜੀਨ। ਇੱਥੇ ਬੇਟਾ ਸਾਡੇ ਮਾਈਂਡ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਮਿਊਟੇਸ਼ਨਸ ਕੀ ਹੁੰਦੀਆਂ ਨੇ, ਕਿਉਂਕਿ ਜਦੋਂ ਤੱਕ ਸਾਨੂੰ ਮਿਊਟੇਸ਼ਨਸ ਦਾ ਨਹੀਂ ਕਲੀਅਰ, ਉਦੋਂ ਤੱਕ ਬੇਟਾ ਸਾਨੂੰ ਨਹੀਂ ਪਤਾ ਲੱਗ ਸਕਦਾ ਕਿ ਇਹਦਾ ਰੀਜ਼ਨ ਕੀ ਹੋ ਸਕਦਾ ਹੈ। ਸੋ ਮਿਊਟੇਸ਼ਨਸ ਕੀ ਹੈ, ਜੋ ਜੈਨੇਟਿਕ ਮਿਊਟੇਸ਼ਨ ਹੈ ਜਾਂ ਜੀਨ ਮਿਊਟੇਸ਼ਨ ਹੈ, ਇਹ ਸਾਡੇ ਜੀਨਸ ਦੇ ਵਿੱਚ, ਜੀਨਸ ਬੇਟਾ ਕੀ ਨੇ, ਅਸੀਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਸੈਲਸ ਹੈਗੇ ਨੇ, ਸੈਲਸ ਦੇ ਵਿੱਚ ਨਿਊਕਲੀਅਸ ਨੇ, ਨਿਊਕਲੀਅਸ ਦੇ ਵਿੱਚ ਬੇਟਾ ਕ੍ਰੋਮੋਸੋਮਸ ਨੇ, ਅਤੇ ਕ੍ਰੋਮੋਸੋਮ ਜਿਹੜੇ ਹੈਗੇ ਨੇ ਉਹ ਕਾਹਦੇ ਬਣੇ ਹੋਏ ਨੇ, DNA ਦੇ ਬਣੇ ਹੋਏ ਨੇ, ਨਾਲ ਉਹਨਾਂ ਦੇ ਪ੍ਰੋਟੀਨਸ ਨੇ। ਜਿਹੜੇ ਬੇਟਾ ਇਹ DNA ਹੈ, DNA ਮੋਲੀਕਿਊਲ ਕੀ ਹੈ, DNA ਜਿਹੜੇ ਹੈਗੀ ਹੈ ਬੇਟਾ ਉਹ ਡੀਆਕਸੀ ਰਾਈਬੋ ਨਿਊਕਲੀਓਟਾਈਡ ਜਾਂ ਪੋਲੀ ਨਿਊਕਲੀਓਟਾਈਡ ਹੈਗਾ, ਜਿਹਦੇ ਵਿੱਚ ਬਹੁਤ ਸਾਰੇ ਨਿਊਕਲੀਓਟਾਈਡਸ ਹੁੰਦੇ ਨੇ ਜਿਹੜੇ ਇੱਕ ਸੀਕੁਐਂਸ ਦੇ ਵਿੱਚ ਲੱਗੇ ਹੁੰਦੇ ਨੇ। ਸੋ ਉਹਨਾਂ ਨਿਊਕਲੀਓਟਾਈਡਸ ਦੀ ਬੇਟਾ ਜੋ ਬੇਸ ਸੀਕੁਐਂਸ ਹੈ
ਅਸੀਂ ਜਾ ਕੇ ਨੈਕਸਟ ਚੈਪਟਰ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਪੜਾਂਗੇ ਕਿ ਕੀ ਨਿਊਕਲੀਓਟਾਈਡ ਦਾ ਸਟਰਕਚਰ ਹੈ। ਫਿਲਹਾਲ ਅਸੀਂ ਇਹ ਦੇਖ ਸਕਦੇ ਹਾਂ ਕਿ ਨਿਊਕਲੀਓਟਾਈਡਸ ਦੇ ਵਿੱਚ ਬੇਟਾ ਜਿਹੜੇ ਹੈਗੇ ਨੇ ਬੇਸਿਸ ਹੁੰਦੇ ਨੇ, ਉਹਨਾਂ ਬੇਸਿਸ ਦੀ ਇੱਕ ਪਾਰਟੀਕੂਲਰ ਸੀਕੁਐਂਸ ਹੀ ਬੇਟਾ ਇਹ ਡਿਸਾਈਡ ਕਰਦੀ ਹੈ ਕਿ ਇਹ ਜੀਨ ਕਿਸ ਪ੍ਰੋਟੀਨ ਦੇ ਲਈ ਕੋਡ ਕਰ ਰਿਹਾ ਹੈ। ਤਾਂ ਉਸ ਬੇਸ ਸੀਕੁਐਂਸ ਦੇ ਵਿੱਚ ਜੇ ਕੋਈ ਸਡਨ ਸਟੇਬਲ ਜਾਂ ਇਨਹੈਰੀਟੇਬਲ ਚੇਂਜ ਹੋ ਜਾਂਦਾ ਹੈ, ਕੋਈ ਇਸ ਤਰ੍ਹਾਂ ਦਾ ਅਲਟਰੇਸ਼ਨ ਆ ਜਾਂਦਾ ਹੈ, ਤਾਂ ਉਸ ਅਲਟਰੇਸ਼ਨ ਨਾਲ ਕੀ ਹੋਏਗਾ ਬੇਟਾ, ਕਿਉਂਕਿ ਹੁਣ ਦੇਖੋ ਜੀਨਸ ਨੇ ਜੋ ਉਹ ਹੀ ਸਾਡੇ ਸਾਰੇ ਬੇਟਾ ਬਾਡੀ ਦੇ ਫਿਜ਼ੀਓਲੋਜੀ ਨੂੰ, ਬਾਡੀ ਦੀ ਫਿਨੋਟਾਈਪ ਨੂੰ ਜਿਹੜਾ ਕੰਟਰੋਲ ਕਰ ਰਹੇ ਨੇ। ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਜੀਨੋਟਾਈਪ ਤੇ ਫਿਨੋਟਾਈਪ ਹੁੰਦੇ। ਜੀਨੋਟਾਈਪ ਜੋ ਜੈਨੇਟਿਕ ਮੇਕਅਪ ਹੈ ਉਹ ਹੀ ਸਾਡੇ ਐਕਸਟਰਨਲ ਕਰੈਕਟਰ ਫਿਨੋਟਾਈਪਸ ਨੂੰ ਕੰਟਰੋਲ ਕਰਦਾ ਹੈ। ਤਾਂ ਹੁਣ ਬੇਟਾ ਜੇ ਜੈਨੇਟਿਕ ਮੇਕਅਪ ਦੇ ਵਿੱਚ ਕੋਈ ਚੇਂਜ ਹੋਏਗੀ, ਬੇਸ ਸੀਕੁਐਂਸ ਦੇ ਵਿੱਚ ਕੋਈ ਚੇਂਜ ਹੋਏਗੀ, ਡੈਫੀਨੇਟਲੀ ਦੈਟ ਵਿਲ ਆਲਸੋ ਅਲਟਰ, ਦੈਟ ਵਿਲ ਆਲਸੋ ਚੇਂਜ ਦਾ ਫਿਨੋਟਾਈਪ ਆਫ ਐਨ ਆਰਗੈਨਿਜ਼ਮ। ਤਾਂ ਬੇਟਾ ਇਸ ਤਰ੍ਹਾਂ ਦੀਆਂ ਜਿਹੜੀਆਂ ਸਡਨ ਸਟੇਬਲ ਅਤੇ ਇਨਹੈਰੀਟੇਬਲ ਚੇਂਜਸ ਨੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਜੀਨ ਮਿਊਟੇਸ਼ਨਸ। ਦੈਨ ਬੇਟਾ ਜਿਹੜੇ ਜੈਨੇਟਿਕ ਡਿਸਆਰਡਰਸ ਜੋ ਸਾਡਾ ਮੇਨ ਆਨਗੋਇੰਗ ਟੌਪਿਕ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਦੋ ਰੀਜ਼ਨਸ ਨੇ। ਪਹਿਲਾ ਰੀਜ਼ਨ ਜੀਨਸ ਦੇ ਵਿੱਚ ਕੋਈ ਅਲਟਰੇਸ਼ਨ ਹੋ ਸਕਦੀ ਹੈ, ਦੂਸਰਾ ਕ੍ਰੋਮੋਸੋਮਲ ਅਬਨੋਰਮੈਲਿਟੀਜ਼। ਤਾਂ ਉਹਨਾਂ ਦੋਨਾਂ ਦੇ ਬੇਸ 'ਤੇ ਬੇਟਾ ਅਸੀਂ ਜੈਨੇਟਿਕ ਡਿਸਆਰਡਰਸ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਾਂਗੇ। ਇੱਕ ਹੈਗੇ ਨੇ ਬੇਟਾ ਸਾਡੇ ਕੋਲ ਮੈਂਡੇਲੀਅਨ ਡਿਸਆਰਡਰਸ ਅਤੇ ਦੂਸਰੇ ਹੈਗੇ ਨੇ ਕ੍ਰੋਮੋਸੋਮਲ ਡਿਸਆਰਡਰਸ। ਇਸ ਦੇ ਵਿੱਚੋਂ ਬੇਟਾ ਅੱਜ ਅਸੀਂ ਜੋ ਫਸਟ ਟਾਈਪ ਜਿਹੜੀ ਹੈਗੀ ਹੈ ਮੈਂਡੇਲੀਅਨ ਡਿਸਆਰਡਰ, ਇਸ ਨੂੰ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ ਅਤੇ ਇਸੇ ਕੈਟਾਗਰੀ ਦੇ ਵਿੱਚ ਅਸੀਂ ਅਲੱਗ-ਅਲੱਗ ਐਗਜ਼ਾਮਪਲਸ ਲਵਾਂਗੇ, ਜਿਸ ਦੇ ਵਿੱਚ ਬੇਟਾ ਜਿਹੜੀ ਸਭ ਤੋਂ ਫਸਟ ਜਿਹੜੀ ਐਗਜ਼ਾਮਪਲ ਅਸੀਂ ਲੈ ਕੇ ਚੱਲ ਰਹੇ ਹਾਂ ਦੈਟ ਇਜ਼ ਹੀਮੋਫੀਲੀਆ। ਸੋ ਫਸਟ ਆਫ ਆਲ ਅਸੀਂ ਹੀਮੋਫੀਲੀਆ ਡਿਜ਼ੀਜ਼ ਬਾਰੇ ਸਟੱਡੀ ਕਰ ਰਹੇ ਹਾਂ। ਸੋ ਬੇਟਾ ਇਹ ਹੋਰ ਜੈਨੇਟਿਕ ਜਿਹੜੇ ਮੈਂਡੇਲੀਅਨ ਡਿਸਆਰਡਰਸ ਨੇ ਉਹਨਾਂ ਦੀਆਂ ਅਲੱਗ-ਅਲੱਗ ਐਗਜ਼ਾਮਪਲਸ ਨੇ, ਜਿਹਨਾਂ 'ਚ ਸਿਕਲ ਸੈੱਲ ਅਨੀਮੀਆ, ਕਲਰ ਬਲਾਈਂਡਨੈਸ, ਮਸਕੂਲਰ ਡਿਸਟ੍ਰੋਫੀ, ਥੈਲੇਸੀਮੀਆ, ਸਿਸਟਿਕ ਫਾਈਬਰੋਸਿਸ, ਸਕੈਲਟਲ ਡਿਸਪਲਾਜ਼ੀਆ, ਹੀਮੋਫੀਲੀਆ, ਫੀਨਾਈਲ ਕੀਟੋਨਯੂਰੀਆ। ਬਟ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸ ਚੁੱਕਿਆ ਕਿ ਅਸੀਂ ਇੱਥੇ ਕਿਹੜੀਆਂ ਜੋ ਡਿਜ਼ੀਜ਼ ਨੇ, ਕਿਹੜੇ ਡਿਸਆਰਡਰਸ ਉਹਨਾਂ ਨੂੰ ਡਿਟੇਲ 'ਚ ਪੜ੍ਹਨ ਜਾ ਰਹੇ ਹਾਂ। ਸਿਕਲ ਸੈੱਲ ਅਨੀਮੀਆ, ਕਲਰ ਬਲਾਈਂਡਨੈਸ, ਹੀਮੋਫੀਲੀਆ, ਫੀਨਾਈਲ ਕੀਟੋਨਯੂਰੀਆ, ਇਹਨਾਂ ਚਾਰੋਂ ਡਿਸਆਰਡਰਸ ਨੂੰ ਅਸੀਂ ਡਿਟੇਲ ਦੇ ਵਿੱਚ ਪੜ੍ਹਾਂਗੇ, ਜਿਹਦੇ ਵਿੱਚੋਂ ਬੇਟਾ ਸਾਡੀ ਸਭ ਤੋਂ ਫਸਟ ਐਗਜ਼ਾਮਪਲ ਜੋ ਅਸੀਂ ਲੈ ਰਹੇ ਹਾਂ ਦੈਟ ਇਜ਼ ਹੀਮੋਫੀਲੀਆ। ਸੋ ਬੇਟਾ ਹੀਮੋਫੀਲੀਆ ਡਿਜ਼ੀਜ਼ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਕੀ ਹੈ, ਇਸ ਦੇ ਸਿੰਪਟਮਸ ਕੀ ਨੇ, ਦੈਨ ਵਟ ਇਜ਼ ਦਾ ਕਾਜ਼ ਆਫ ਦਿਸ ਡਿਜ਼ੀਜ਼। ਦੈਨ ਮੋਸਟ ਇੰਪੋਰਟੈਂਟ ਟੌਪਿਕ ਜੋ ਅਸੀਂ ਇਸ ਦੇ ਵਿੱਚ ਸਟੱਡੀ ਕਰਨਾ ਦੈਟ ਇਜ਼ ਦਾ ਜੈਨੇਟਿਕਸ ਆਫ ਹੀਮੋਫੀਲੀਆ। ਸੋ ਬੇਟਾ ਹੀਮੋਫੀਲੀਆ ਇੱਕ ਇਸ ਤਰ੍ਹਾਂ ਦਾ ਡਿਸਆਰਡਰ ਹੈ ਜਿਸ ਡਿਸਆਰਡਰ ਦੇ ਵਿੱਚ ਬੇਟਾ ਜਿਹੜਾ ਪਰਸਨ ਹੈਗਾ ਜੋ ਇਸ ਹੀਮੋਫੀਲੀਆ ਤੋਂ ਸਫਰ ਕਰ ਰਿਹਾ ਹੈ, ਉਸ ਦੇ ਕੋਲੇ ਕਲੌਟਿੰਗ ਨਹੀਂ ਹੁੰਦੀ, ਉਸ ਦੇ ਬਲੱਡ ਦੀ ਕਲੌਟਿੰਗ ਨਹੀਂ ਹੁੰਦੀ। ਕਿਉਂਕਿ ਬੇਟਾ ਬਲੱਡ ਦੀ ਕਲੌਟਿੰਗ ਦੇ ਲਈ ਸਾਨੂੰ ਕੁਝ ਕੁ ਪ੍ਰੋਟੀਨਸ ਚਾਹੀਦੇ ਹੈ, ਅਤੇ ਉਹ ਪ੍ਰੋਟੀਨ ਕਲੌਟਿੰਗ ਦੇ ਲਈ ਜਿਹੜੇ ਜ਼ਰੂਰੀ ਪ੍ਰੋਟੀਨਸ ਹੈਗੇ ਨੇ ਉਹ ਪ੍ਰੋਟੀਨ ਇਸ ਪਰਸਨ ਦੇ ਵਿੱਚ ਨਹੀਂ ਹੋਣਗੇ। ਜਦੋਂ ਪ੍ਰੋਟੀਨ ਨਹੀਂ ਹੋਣਗੇ ਇਟ ਮੀਨਸ ਬੇਟਾ ਉਸ ਪਰਸਨ ਦਾ ਜੋ ਬਲੱਡ ਹੈਗਾ ਉਸ ਬਲੱਡ ਦੀ ਕਲੌਟਿੰਗ ਨਹੀਂ ਹੋਏਗੀ। ਜਦੋਂ ਬੇਟਾ ਬਲੱਡ ਦੀ ਕਲੌਟਿੰਗ ਨਹੀਂ ਹੋਏਗੀ ਇਟ ਮੀਨਸ ਜੇ ਉਸਦੇ ਕੋਈ ਇੰਜਰੀ ਹੋ ਜਾਏਗੀ, ਇਵਨ ਮਾਈਨਰ ਇੰਜਰੀ ਹੋ ਜਾਏਗੀ, ਮਾਈਨਰ ਇੰਜਰੀ ਹੋਣ ਦੇ ਨਾਲ ਵੀ ਬੇਟਾ ਉਸਦਾ ਬਲੱਡ ਲਾਸ ਬਹੁਤ ਜ਼ਿਆਦਾ ਹੋ ਜਾਏਗਾ ਕਿਉਂਕਿ ਬਲੱਡ ਨੇ ਕਲੌਟ ਨਹੀਂ ਹੋਣਾ। ਸੋ ਮਾਈਨਰ ਇੰਜਰੀ ਦੇ ਨਾਲ ਵੀ ਪਰਸਨ ਦੀ ਡੈਥ ਹੋ ਸਕਦੀ ਹੈ ਇਫ ਹੀ ਔਰ ਸ਼ੀ ਇਜ਼ ਸਫਰਿੰਗ ਫਰੋਮ ਹੀਮੋਫੀਲੀਆ। ਦੈਨ ਬੇਟਾ ਹੀਮੋਫੀਲੀਆ ਜੋ ਡਿਸਆਰਡਰ ਹੈਗਾ ਇਸ ਡਿਸਆਰਡਰ ਦਾ ਰੀਜ਼ਨ ਕੀ ਹੈ, ਕਾਜ਼ ਕੀ ਹੈ। ਕਾਜ਼ ਬੇਟਾ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਕਿ ਦਿਸ ਇਜ਼ ਬਿਕੋਜ਼ ਆਫ ਐਬਸੈਂਸ ਆਫ ਦਿਸ ਪ੍ਰੋਟੀਨ, ਕਿਉਂਕਿ ਉਹਦੇ ਵਿੱਚੋਂ ਪ੍ਰੋਟੀਨ ਨਹੀਂ ਹੈਗਾ ਵਿਚ ਪ੍ਰੋਟੀਨ ਇਜ਼ ਐਸੈਂਸ਼ੀਅਲ ਫਾਰ ਕਲੌਟਿੰਗ ਆਫ ਬਲੱਡ। ਬਟ ਬੇਟਾ ਹੁਣ ਜੇ ਅਸੀਂ ਜੈਨੇਟਿਕ ਲੈਵਲ 'ਤੇ ਜਾ ਕੇ ਦੇਖੀਏ ਕਿ ਜੋ ਸਾਡੀ ਬਾਡੀ ਦੇ ਵਿੱਚ ਪ੍ਰੋਟੀਨਸ ਨੇ ਉਹਨਾਂ ਪ੍ਰੋਟੀਨਸ ਨੂੰ ਕੋਡ ਕਰਨ ਦੇ ਲਈ ਡੈਫੀਨੇਟ ਜੀ ਗੱਲ ਹੈ ਕਿ ਸਾਡੀ ਬਾਡੀ ਦੇ ਵਿੱਚ ਕੁਝ ਨਾ ਕੁਝ ਕੀ ਹੁੰਦੇ ਨੇ, ਜੀਨਸ ਹੁੰਦੇ ਨੇ, ਜਿਹੜੇ ਜੀਨਸ ਕਿੰਨਾ ਪ੍ਰੋਟੀਨਸ ਦੇ ਲਈ ਕੋਡ ਕਰਦੇ ਹੈ। ਤਾਂ ਬੇਟਾ ਜਿਹੜੇ ਪਰਸਨ ਹੀਮੋਫੀਲੀਆ ਤੋਂ ਅਫੈਕਟਡ ਹੈਗੇ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਹੈ, ਉਹਨਾਂ ਦੇ ਕੋਲੇ ਬੇਟਾ ਜਿਹੜਾ ਹੈਗਾ ਇੱਕ ਰਿਸੈਸਿਵ ਜੀਨ ਹੈ ਜੋ ਕਿ ਇੱਕ ਸੈਕਸ ਲਿੰਕਡ ਜੀਨ ਹੈਗਾ। ਇਹ ਜੀਨ ਬੇਟਾ ਪ੍ਰੈਜ਼ੈਂਟ ਹੈਗਾ ਔਨ ਐਕਸ ਕ੍ਰੋਮੋਸੋਮ। ਅਸੀਂ ਇਸ ਨੂੰ ਸਪੋਜ਼ ਜਿਹੜਾ ਹੈਗਾ ਇਸ ਜੀਨ ਨੂੰ ਮੈਂ ਸਮਾਲ ਐਚ ਨਾਲ ਲਿਖ ਰਹੇ ਹਾਂ। ਸਭ ਤੋਂ ਪਹਿਲੀ ਗੱਲ ਇਹ ਧਿਆਨ ਦੇ ਵਿੱਚ ਰੱਖਣੀ ਹੈ ਕਿ ਦਿਸ ਜੀਨ ਇਜ਼ ਪ੍ਰੈਜ਼ੈਂਟ ਔਨ ਐਕਸ ਕ੍ਰੋਮੋਸੋਮ। ਸੈਕਿੰਡ ਗੱਲ ਬੇਟਾ ਇਹ ਧਿਆਨ ਦੇ ਵਿੱਚ ਰੱਖਣੀ ਹੈ ਕਿ ਇਹ ਜੋ ਜੀਨ ਹੈਗਾ ਇਹ ਰਿਸੈਸਿਵ ਜੀਨ ਹੈ। ਰਿਸੈਸਿਵ ਜੀਨ ਹੋਣ ਦਾ ਕੀ ਮਤਲਬ ਹੈ, ਇਸ ਦਾ ਮਤਲਬ ਬੇਟਾ ਇਹ ਹੈ ਕਿ ਜੇ ਸਾਡੇ ਕੋਲੇ ਕਿਸੇ ਪਰਸਨ ਦੇ ਵਿੱਚ ਸਪੋਜ਼ 2 ਐਕਸ ਕ੍ਰੋਮੋਸੋਮ ਹੈਗੇ ਨੇ, ਉਹ ਹੀ ਨੋ ਕਿ ਹਿਊਮਨ ਫੀਮੇਲ ਜੋ ਹੈ, ਹਿਊਮਨ ਫੀਮੇਲ ਕੋਲੇ 2 ਐਕਸ ਕ੍ਰੋਮੋਸੋਮਸ ਹੋਣਗੇ। ਇਹਨਾਂ ਐਕਸ ਕ੍ਰੋਮੋਸੋਮ ਦੇ ਵਿੱਚ ਜੇ ਇੱਕ ਕੋਲੇ ਰਿਸੈਸਿਵ ਜੀਨ ਪਿਆ ਹੈ, ਜਿਹੜਾ ਰਿਸੈਸਿਵ ਜੀਨ ਬੇਟਾ ਜਿਹੜਾ ਹੈਗਾ ਉਹ ਹੀਮੋਫੀਲੀਆ ਦੇ ਲਈ ਜਿਹੜਾ ਹੈਗਾ ਕੋਡ ਕਰ ਰਿਹਾ ਹੈ। ਕੀ ਕਹਿੰਦਾ ਮਤਲਬ ਬਿਕੋਜ਼ ਆਫ ਪ੍ਰੈਜ਼ੈਂਸ ਆਫ ਦਿਸ ਰਿਸੈਸਿਵ ਜੀਨ ਉਸ ਦੇ ਕੋਲੇ ਐਸੈਂਸ਼ੀਅਲ ਪ੍ਰੋਟੀਨਸ ਨਹੀਂ ਬਣਨਗੇ ਵਿਚ ਆਰ ਰਿਕੁਆਇਰਡ ਫਾਰ
ਬਲੱਡ ਕਲॉटिंग ਤਾਂ ਬੇਟਾ ਜਿਹੜਾ ਹੈਗਾ ਦੂਸਰਾ ਜੋ ਕ੍ਰੋਮੋਸੋਮ ਹੈਗਾ ਐਕਸ ਕ੍ਰੋਮੋਸੋਮ ਸਪੋਜ਼ ਇਹ ਜਿਹੜਾ ਹੈਗਾ ਡੋਮੀਨੈਂਟ ਫਾਰਮ ਦੇ ਵਿੱਚ ਹੈ। ਇਹਦਾ ਮਤਲਬ ਬੇਟਾ ਜਿਹੜਾ ਹੈਗਾ ਇਹ ਤਾਂ ਰਿਸੈਸਿਵ ਜੀਨ ਹੀਮੋਫੀਲੀਆ ਦਾ ਸੀ, ਦੂਸਰਾ ਜੀਨ ਆਪਣੇ ਆਪ ਨੂੰ ਐਕਸਪ੍ਰੈਸ ਕਰ ਜਾਏਗਾ। ਇਟ ਮੀਨਸ ਦਿਸ ਪਰਸਨ ਵਿਲ ਨਾਟ ਬੀ ਹੀਮੋਫਿਲਿਕ। ਇਹ ਜਿਹੜਾ ਹੈਗਾ ਬੇਟਾ ਕੀ ਹੋਏਗਾ, ਹੀਮੋਫਿਲਿਕ ਨਹੀਂ ਹੋਏਗਾ, ਨॉट ਹੀਮੋਫਿਲਿਕ। ਦੂਸਰਾ ਬੇਟਾ ਜਿਹੜਾ ਆਪਾਂ ਲੈ ਰਹੇ ਹਾਂ ਕਿ ਸਪੋਜ਼ ਕੋਈ ਪਰਸਨ ਹੈਗਾ XY ਮੀਨਸ ਕਿ ਉਹ ਮੇਲ ਹੈ। ਜੇ X ਦੇ ਉੱਤੇ ਕ੍ਰੋਮੋਸੋਮ ਪਿਆ ਹੈ ਜੋ ਕਿ ਹੀਮੋਫੀਲੀਆ ਦੇ ਲਈ ਹੈ, ਕਿਉਂਕਿ ਇਸ ਦਾ ਜੋ ਹੋਮੋਲੋਗਸ ਕ੍ਰੋਮੋਸੋਮ ਹੈਗਾ ਉਹ X ਨਹੀਂ ਹੈ, ਉਹ ਕੀ ਹੈ ਬੇਟਾ Y ਹੈ। ਸੋ ਜਿਹੜਾ ਇਸ ਦਾ ਜਿਹੜਾ ਡੋਮੀਨੈਂਟ ਜੀਨ ਸੀਗਾ, ਡੋਮੀਨੈਂਟ ਜੀਨ ਤਾਂ X ਦੇ ਉੱਤੇ ਪ੍ਰੈਜ਼ੈਂਟ ਹੋ ਸਕਦਾ ਸੀ, Y ਦੇ ਉੱਤੇ ਜੀਨ ਨਾ ਹੋਣ ਕਰਕੇ ਜੋ X ਦੇ ਉੱਤੇ ਬੇਟਾ ਰਿਸੈਸਿਵ ਜੀਨ ਪਿਆ ਹੈ, ਇਸ ਮੇਲ ਦੇ ਵਿੱਚ ਇਹ ਰਿਸੈਸਿਵ ਜੀਨ ਆਪਣੇ ਆਪ ਨੂੰ ਐਕਸਪ੍ਰੈਸ ਕਰ ਜਾਏਗਾ। ਇਟ ਮੀਨਸ ਬੇਟਾ ਜਿਹੜਾ ਇਹ ਮੇਲ ਹੋਏਗਾ ਇਹ ਕੀ ਹੋਏਗਾ, ਹੀਮੋਫਿਲਿਕ ਹੋਏਗਾ। ਮੇਲ ਦੇ ਵਿੱਚ ਬੇਟਾ ਹੋਰ ਕੀ ਹੋ ਸਕਦਾ ਹੈ, XY ਹੋ ਸਕਦਾ ਹੈ, ਇਹ ਨਾਰਮਲ ਹੈ, ਇਹਦੇ ਵਿੱਚ ਜੀਨ ਹੀ ਨਹੀਂ ਹੈਗਾ, ਨਾਰਮਲ ਹੈ। ਜੇ ਫੀਮੇਲ ਦੀ ਗੱਲ ਕਰੀਏ, ਫੀਮੇਲ ਦੇ ਕੋਲੇ ਇੱਕ ਕੰਡੀਸ਼ਨ ਹੋਰ ਹੋ ਸਕਦੀ ਹੈ XH। ਕਹਿਣ ਦਾ ਮਤਲਬ ਦੋਨਾਂ ਦੇ ਉੱਤੇ ਹੀ ਰਿਸੈਸਿਵ ਜੀਨ ਪ੍ਰੈਜ਼ੈਂਟ ਹੈ, ਕਿਉਂਕਿ ਜੇ ਇੱਕ ਦੇ ਉੱਤੇ ਰਿਸੈਸਿਵ ਜੀਨ ਪ੍ਰੈਜ਼ੈਂਟ ਹੈ ਤਾਂ ਦੂਸਰਾ ਡੋਮੀਨੈਂਟ ਉਸ ਨੂੰ ਸਪਰੈਸ ਕਰ ਦੇਗਾ। ਬਿਕੋਜ਼ ਆਫ ਦੈਟ ਜਿਹੜਾ ਹੈਗਾ ਬੇਟਾ ਉਹ ਹੀਮੋਫਿਲਿਕ ਨਹੀਂ ਹੋਏਗੀ ਫੀਮੇਲ। ਬਟ ਇਸ ਕੇਸ ਦੇ ਵਿੱਚ ਜਦੋਂ ਦੋਨਾਂ ਦੇ ਉੱਤੇ ਹੀ ਰਿਸੈਸਿਵ ਜੀਨ ਪ੍ਰੈਜ਼ੈਂਟ ਹੈ, ਇਟ ਮੀਨਸ ਇਹ ਫੀਮੇਲ ਕੀ ਹੋਣੀ ਚਾਹੀਦੀ ਹੈ, ਹੀਮੋਫਿਲਿਕ ਹੋਣੀ ਚਾਹੀਦੀ ਹੈ। ਬਟ ਬੇਟਾ ਜੇ ਅਸੀਂ ਜੈਨੇਟਿਕਸ ਪੁਆਇੰਟ ਆਫ ਵਿਊ ਤੋਂ ਦੇਖੀਏ ਕਿ ਜੇ ਦੋਨੋਂ ਜੀਨਸ ਇਕੱਠੇ ਪ੍ਰੈਜ਼ੈਂਟ ਹੈਗੇ ਹੈ ਰਿਸੈਸਿਵ, ਤਾਂ ਇਹ ਜਿਹੜਾ ਕੰਬੀਨੇਸ਼ਨ ਹੈਗਾ ਬੇਟਾ ਇਹ ਕੰਬੀਨੇਸ਼ਨ ਹੈ ਲੀਥਲ ਕੰਬੀਨੇਸ਼ਨ। ਲੀਥਲ ਕੰਬੀਨੇਸ਼ਨ ਹੋਣ ਦਾ ਮਤਲਬ ਫੈਟਲ ਕੰਬੀਨੇਸ਼ਨ ਹੈ, ਮਤਲਬ ਕਿ ਫੀਮੇਲ ਜਿਹਦਾ ਇਹ ਜੈਨੇਟਿਕ ਮੇਕਅਪ ਹੈਗਾ ਉਹਦਾ ਬਰਥ ਨਹੀਂ ਹੋਏਗਾ। ਇਟ ਮੀਨਸ ਕੋਈ ਵੀ ਫੀਮੇਲ ਦੋ ਇਹੋ ਜਿਹੇ ਰਿਸੈਸਿਵ ਜੀਨਸ ਨਾਲ ਨਹੀਂ ਹੋ ਸਕਦੀ। ਫੀਮੇਲ ਕੋਲੇ ਬੇਟਾ ਇੱਕੋ ਹੀ ਇੱਕ ਕੰਡੀਸ਼ਨ ਬਚਦੀ ਹੈ, ਉਹ ਕੰਡੀਸ਼ਨ ਕੀ ਹੈ ਸਾਡੇ ਕੋਲੇ, ਉਹ ਕੰਡੀਸ਼ਨ ਬੇਟਾ ਜਿਹੜੀ ਹੈਗੀ ਇੱਥੇ ਫਸਟ ਵਾਲੀ ਕੰਡੀਸ਼ਨ ਜੋ ਮੈਂ ਲਈ ਹੈ, ਜਿਹਦੇ ਵਿੱਚ ਇੱਕੋ ਹੀ ਜੀਨ ਪ੍ਰੈਜ਼ੈਂਟ ਹੈਗਾ। ਇਹ ਜਿਹੜੀ ਫੀਮੇਲ ਹੈ ਹੀਮੋਫਿਲਿਕ ਤਾਂ ਨਹੀਂ ਹੋਏਗੀ, ਬਟ ਇਹਦੇ ਕੋਲੇ ਬੇਟਾ ਇੱਕ ਜੀਨ ਜ਼ਰੂਰ ਪ੍ਰੈਜ਼ੈਂਟ ਹੈਗਾ, ਚਾਹੇ ਉਹ ਰਿਸੈਸਿਵ ਫੋਨ ਦੇ ਵਿੱਚ ਪ੍ਰੈਜ਼ੈਂਟ ਹੈ। ਇਟ ਮੀਨਸ ਇਹ ਕੈਰੀ ਤਾਂ ਕਰ ਰਹੀ ਹੈ ਨਾ ਜੀਨ। ਸੋ ਇਸ ਫੀਮੇਲ ਨੂੰ ਅਸੀਂ ਕੀ ਬੋਲ ਸਕਦੇ ਹਾਂ ਬੇਟਾ, ਕੈਰੀਅਰ, ਸ਼ੀ ਇਜ਼ ਕੈਰੀਅਰ। ਅਤੇ ਜੋ ਮੇਲ ਹੈਗਾ, ਮੇਲ ਸਾਡੇ ਕੋਲੇ XHY ਇਹ ਹੀਮੋਫਿਲਿਕ ਹੋ ਸਕਦਾ ਹੈ, ਅਤੇ ਫੀਮੇਲ ਜਿਹੜੀ ਹੈਗੀ ਉਹ ਹੀਮੋਫਿਲਿਕ ਹੋ ਹੀ ਨਹੀਂ ਸਕਦੀ ਕਿਉਂਕਿ ਇਹਦੇ 'ਚ ਕੰਬੀਨੇਸ਼ਨ ਕਿਹੜਾ ਲੀਥਲ। ਇਟ ਮੀਨਸ ਬੇਟਾ ਹੀਮੋਫੀਲੀਆ ਇੱਕ ਇਹੋ ਜਿਹਾ ਜੈਨੇਟਿਕ ਡਿਸਆਰਡਰ ਹੈਗਾ ਜਿਹੜਾ ਸਿਰਫ ਤੇ ਸਿਰਫ ਕਿਹਦੇ ਵਿੱਚ ਪ੍ਰੈਜ਼ੈਂਟ ਹੋਏਗਾ ਬੇਟਾ, ਮੇਲ ਦੇ ਵਿੱਚ। ਫੀਮੇਲ ਦੇ ਕੋਲੇ ਜੀਨ ਹੋ ਸਕਦਾ ਬਟ ਉਹ ਐਕਸਪ੍ਰੈਸ ਨਹੀਂ ਕਰੇਗਾ। ਇਹਦਾ ਮਤਲਬ ਫਿਨੋਟਾਈਪ ਨਹੀਂ ਸ਼ੋ ਹੋਏਗੀ, ਕੋਈ ਵੀ ਫੀਮੇਲ ਹੀਮੋਫਿਲਿਕ ਨਹੀਂ ਹੋਏਗੀ, ਉਹ ਸਿਰਫ ਤੇ ਸਿਰਫ ਕੀ ਹੋ ਸਕਦੀ ਹੈ, ਕੈਰੀਅਰ ਹੋ ਸਕਦੀ ਹੈ। ਤਾਂ ਇਸ ਨੂੰ ਹੋਰ ਡਿਟੇਲ ਦੇ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੇ ਲਈ ਬੇਟਾ ਅਸੀਂ ਇੱਕ ਕ੍ਰੋਸ ਲੈ ਰਹੇ ਹਾਂ ਜਿਸ ਦੇ ਵਿੱਚ ਜੋ ਫਾਦਰ ਹੈਗਾ ਹੀ ਸਫਰਿੰਗ ਫਰੋਮ ਹੀਮੋਫੀਲੀਆ, ਉਹ ਹੀਮੋਫਿਲਿਕ ਹੈ, ਅਤੇ ਮਦਰ ਜਿਹੜੀ ਹੈ ਬੇਟਾ ਉਹ ਨਾਰਮਲ ਬਲੱਡ ਕਲॉटिंग ਜੀਨ ਉਸ ਦੇ ਕੋਲੇ ਪ੍ਰੈਜ਼ੈਂਟ ਹੈ। ਸੋ ਇਟ ਮੀਨਸ ਫਾਦਰ ਹੀਮੋਫਿਲਿਕ ਹੋਣ ਦਾ ਮਤਲਬ ਉਸ ਦਾ ਜੀਨੋਟਾਈਪ ਕੀ ਹੋ ਗਿਆ, XHY, ਅਤੇ ਮਦਰ ਦੇ ਕੋਲੇ ਨਾਰਮਲ ਬਲੱਡ ਕਲॉटिंग ਜੀਨ ਪ੍ਰੈਜ਼ੈਂਟ ਹੈ। ਇਹਦਾ ਮਤਲਬ ਮਦਰ ਜੋ ਹੈ ਉਹਦੀ ਕੀ ਹੈ ਆਪਣੇ ਕੋਲੇ ਜੀਨੋਟਾਈਪ XX। ਤਾਂ ਹੁਣ ਬੇਟਾ ਜਿਹੜਾ ਹੈਗਾ ਇਸ ਕੰਬੀਨੇਸ਼ਨ ਨੂੰ ਅਸੀਂ ਵੇਖਦੇ ਹਾਂ। ਤਾਂ ਇਸ ਦੇ ਲਈ ਇੱਕ ਕ੍ਰੋਸ ਅਸੀਂ ਬਣਾਉਣੇ ਆ, ਉਸ ਕ੍ਰੋਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤਾਂ ਬੇਟਾ ਮੇਰੇ ਕੋਲੇ ਜੋ ਹੈ XHY ਇਹ ਮੇਲ ਹੈ, ਫੀਮੇਲ ਹੈ ਨਾਰਮਲ ਫੀਮੇਲ, ਅਤੇ ਜੋ ਮੇਲ ਹੈਗਾ ਉਹ ਹੀਮੋਫਿਲਿਕ ਹੈਗਾ। ਤਾਂ ਇਹਦੇ ਜੋ ਗੈਮੀਟਸ ਬਣਨਗੇ, ਗੈਮੀਟਸ ਬੇਟਾ ਇਸ ਦੇ ਬਣ ਜਾਣਗੇ XH, ਦੂਸਰਾ ਗੈਮੀਟ ਕੀ ਬਣੇਗਾ Y, ਤਾਂ ਇੱਧਰੋਂ ਫੀਮੇਲ ਦੇ ਗੈਮੀਟਸ ਜਿਹੜੇ ਹੈਗੇ ਨੇ ਉਹ ਆ ਗਿਆ X। ਜਿਵੇਂ ਬੇਟਾ ਤੁਹਾਨੂੰ ਮੈਂ ਸਮਝਾਇਆ ਹੋਇਆ, ਤੁਸੀਂ ਪੋਨੇਟ ਸਕੇਅਰ ਨਾਲ ਜਿਹੜਾ ਇਸ ਨੂੰ ਕਰਕੇ ਵੇਖ ਸਕਦੇ ਹੋ। ਪੋਨੇਟ ਸਕੇਅਰ ਦੇ ਲਈ ਅਸੀਂ ਇੱਕ ਸਾਈਡ 'ਤੇ ਜਿਹੜੇ ਹੈਗੇ ਨੇ ਬੇਟਾ ਇਹ ਗੈਮੀਟਸ ਲੈ ਰਹੇ ਹਾਂ, ਦੂਸਰੀ ਸਾਈਡ 'ਤੇ ਜਿਹੜੇ ਗੈਮੀਟਸ ਲੈ ਲਏ ਅਸੀਂ X। ਤਾਂ ਕੰਬੀਨੇਸ਼ਨ ਸਾਡੇ ਕੋਲੇ ਬਣ ਗਿਆ XH XY XH XY। ਤਾਂ ਬੇਟਾ ਜੋ ਇਹ ਚਾਰ ਕੰਬੀਨੇਸ਼ਨਸ ਬਣ ਗਏ, ਇਹਨਾਂ ਚਾਰੋਂ ਕੰਬੀਨੇਸ਼ਨਸ ਦੇ ਵਿੱਚ ਹੁਣ ਤੁਸੀਂ ਦੇਖੋ ਜੋ ਫਸਟ ਕੰਬੀਨੇਸ਼ਨ ਹੈ, ਇੱਕ ਫੀਮੇਲ ਹੈ ਜੋ ਕਿ ਹੀਮੋਫਿਲਿਕ ਨਹੀਂ ਹੈ ਬਟ ਕੈਰੀਅਰ ਹੈ, ਅਤੇ ਇਹ ਇੱਕ ਮੇਲ ਹੈ ਜੋ ਕਿ ਨਾਰਮਲ ਹੈ। ਇੱਕ ਫੀਮੇਲ ਹੈ ਜੋ ਕਿ ਹੀਮੋਫਿਲਿਕ ਨਹੀਂ ਹੈ ਬਟ ਕੈਰੀਅਰ ਹੈ।
ਤੇ ਇਹ ਕੀ ਹੈ ਬੇਟਾ, ਇੱਕ ਨਾਰਮਲ ਮੇਲ ਹੈ। ਇਹਦਾ ਮਤਲਬ ਜੇ ਅਸੀਂ ਫਿਨੋਟਾਈਪ ਪੁਆਇੰਟ ਆਫ ਵਿਊ ਤੋਂ ਦੇਖੀਏ, ਚਾਰਾਂ ਨੂੰ ਦੇਖੀਏ, ਜਿੰਨੇ ਵੀ ਇਹਦੇ ਚਾਂਸਸ ਨੇ ਕਿ ਇਹਦੇ ਵਿੱਚ ਕੋਈ ਵੀ ਪਰਸਨ ਹੀਮੋਫਿਲਿਕ ਹੈ, ਨੋ, ਕੋਈ ਵੀ ਇੰਡੀਵਿਜੂਅਲ ਜਿਹੜਾ ਹੈਗਾ ਉਹ ਹੀਮੋਫਿਲਿਕ ਨਹੀਂ ਹੈ। ਸੋ ਸਾਡੇ ਕੋਲ ਆ ਗਿਆ no one is ਹੀਮੋਫਿਲਿਕ, ਕੋਈ ਵੀ ਹੀਮੋਫਿਲਿਕ ਨਹੀਂ ਹੈ। ਜਦੋਂ ਕਿ ਸਾਡੇ ਕੋਲੇ ਬੇਟਾ ਸਟਾਰਟਿੰਗ ਦੇ ਵਿੱਚ ਕੀ ਸੀ, ਜੋ ਫੀਮੇਲ ਸੀ ਉਹ ਕੀ ਸੀ ਬੇਟਾ, ਆਪਣੇ ਕੋਲੇ ਨਾਰਮਲ ਸੀ, ਬਟ ਜੋ ਮੇਲ ਸੀ ਉਹ ਕੀ ਸੀ, ਹੀਮੋਫਿਲਿਕ ਸੀ। ਇਹਦਾ ਮਤਲਬ ਹੀਮੋਫਿਲਿਕ ਫਾਦਰ ਹੈ ਤੇ ਮਦਰ ਜੋ ਨਾਰਮਲ ਹੈ, ਫਿਰ ਵੀ ਜਿਹੜਾ ਪ੍ਰੋਜਨੀ ਦੇ ਵਿੱਚ ਕਿਸੇ ਵੀ ਬੱਚੇ ਨੂੰ ਜਿਹੜਾ ਹੈਗਾ ਬੇਟਾ ਉਹ ਹੀਮੋਫਿਲੀਆ ਦੇ ਜਿਹੜੇ ਚਾਂਸਸ ਨੇ ਉਹ ਨਹੀਂ ਹੈਗੇ। ਫੀਮੇਲ ਜੋ ਕੈਰੀਅਰ ਹੋਣਗੀਆਂ, ਬਟ ਕੋਈ ਵੀ ਪਰਸਨ ਜਿਹੜਾ ਹੈਗਾ ਉਹ ਹੀਮੋਫਿਲਿਕ ਨਹੀਂ ਹੋਏਗਾ। ਸੋ ਇਹ ਸਾਡਾ ਫਰਸਟ ਕ੍ਰਾਸ ਸੀਗਾ, ਜਿਹਦੇ ਵਿੱਚ ਕੈਰੀਅਰ ਡਾਟਰਸ ਆ ਰਹੀਆਂ ਨੇ ਤੇ ਨਾਰਮਲ ਸਨ ਆ ਰਹੇ ਹੈ। ਬਿਲਕੁਲ ਇਸੇ ਤਰੀਕੇ ਨਾਲ ਬੇਟਾ ਤੁਸੀਂ ਇਸ ਦੇ ਲਈ ਇੱਕ ਹੋਰ ਕ੍ਰਾਸ ਕਰਕੇ ਵੇਖ ਸਕਦੇ ਹੋ, ਜਿਸ ਕ੍ਰਾਸ ਦੇ ਵਿੱਚ ਤੁਸੀਂ ਕੀ ਦੇਖਣਾ ਹੈ ਕਿ ਕੈਰੀਅਰ ਮਦਰ ਹੈ। ਕੈਰੀਅਰ ਮਦਰ ਹੋਣ ਦਾ ਕੀ ਮਤਲਬ ਬੇਟਾ, XH ਤੇ ਨਾਰਮਲ ਫਾਦਰ, ਇਟ ਮੀਨਸ ਕੀ ਹੈ, XY। ਤਾਂ ਬੇਟਾ ਜਦੋਂ ਅਸੀਂ ਇਸ ਨੂੰ ਕ੍ਰਾਸ ਨੂੰ ਕਰਕੇ ਵੇਖਦੇ ਹਾਂ, ਇਸ ਦੇ ਅਸੀਂ ਗੈਮੀਟਸ ਬਣਾ ਲਾਂਗੇ। ਇਸ ਦੇ ਗੈਮੀਟਸ ਤੋਂ ਬਣ ਜਾਣਗੇ XH ਤੇ ਇਸ ਦੇ ਗੈਮੀਟਸ ਬਣ ਜਾਣਗੇ ਬੇਟਾ X ਐਂਡ Y। ਉਸੇ ਤਰੀਕੇ ਨਾਲ ਜਦੋਂ ਅਸੀਂ ਕ੍ਰਾਸ ਕਰਾਂਗੇ, ਕ੍ਰਾਸ ਕਰਨ ਤੋਂ ਬਾਅਦ ਦੇ ਵਿੱਚ ਬੇਟਾ ਜੋ ਸਾਡੇ ਕੋਲ ਰਿਜ਼ਲਟਸ ਆ ਰਹੇ ਨੇ, ਉਹਨਾਂ ਰਿਜ਼ਲਟਸ ਨੂੰ ਅਸੀਂ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਐਗਜ਼ਾਮਪਲ ਲੈ ਰਹੇ ਹਾਂ, ਫਾਦਰ ਵਿਦ ਨਾਰਮਲ ਜੀਨ ਐਂਡ ਮਦਰ ਇਜ਼ ਕੈਰੀਅਰ। ਸੋ ਬੇਟਾ father with normal gene, mother carrier। ਤਾਂ ਗੈਮੀਟਸ ਬਣ ਗਏ ਬੇਟਾ ਇਸ ਦੇ ਫਾਦਰ ਦੇ XY, ਇੱਧਰ ਆ ਗਏ XH। ਹੁਣ ਬੇਟਾ ਇਹਨਾਂ ਦਾ ਅਸੀਂ ਪੋਨਿਟ ਸਕੇਅਰ ਨਾਲ ਜਦੋਂ ਅਸੀਂ ਕ੍ਰਾਸ ਕਰਦੇ ਹਾਂ ਤਾਂ ਅਸੀਂ ਇੱਧਰ ਲੈ ਲੈਂਦੇ ਹਾਂ X ਐਂਡ Y। ਇੱਥੇ ਬੇਟਾ ਜਿਹੜੇ ਹੈਗੇ ਨੇ ਅਸੀਂ ਫੀਮੇਲ ਗੈਮੀਟਸ ਲੈ ਲੈਂਦੇ ਹਾਂ XH। ਤਾਂ ਜੋ ਸਾਡੇ ਕੋਲ ਰਿਜ਼ਲਟਸ ਆ ਰਹੇ ਨੇ XXH, XHY, XXY। ਤਾਂ ਹੁਣ ਬੇਟਾ ਇਹਨਾਂ ਰਿਜ਼ਲਟਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਡੇ ਕੋਲ ਬੇਟਾ ਜਿਹੜਾ ਹੈਗਾ ਕੀ ਰਿਜ਼ਲਟਸ ਆਏ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਬੇਟਾ ਆਇਆ XXH, ਇਹਦਾ ਮਤਲਬ ਇੱਕ ਫੀਮੇਲ ਜਿਹੜੀ ਕਿ ਕੈਰੀਅਰ ਹੈ। XHY ਇਟ ਮੀਨਸ ਇੱਕ ਮੇਲ ਜੋ ਕਿ ਹੀਮੋਫਿਲਿਕ ਹੈ। XX ਇੱਕ ਫੀਮੇਲ ਜੋ ਕਿ ਨਾਰਮਲ ਹੈ। XY ਇੱਕ ਮੇਲ ਜੋ ਕਿ ਨਾਰਮਲ ਹੈ। ਇਟ ਮੀਨਸ ਬੇਟਾ ਸਾਡੇ ਕੋਲ 25% ਚਾਂਸਸ ਜਿਹੜੇ ਹੈਗੇ ਨੇ ਬੇਟਾ ਉਹ ਹੀਮੋਫਿਲਿਕ ਮੇਲ ਦੇ ਹੈ। 25% ਚਾਂਸਸ ਜਿਹੜੇ ਹੈਗੇ ਨੇ ਬੇਟਾ ਕੀ ਆ ਉਹ ਕੈਰੀਅਰ ਫੀਮੇਲ ਦੇ ਹੈ। ਤੇ 50% ਚਾਂਸਸ ਜਿਹੜੇ ਹੈਗੇ ਨੇ ਬੇਟਾ ਉਹ ਨਾਰਮਲ ਚਾਈਲਡ ਦੇ ਹੈਗੇ ਨੇ, ਜਿਸ ਦੇ ਵਿੱਚ ਜਿਹੜੇ ਹੈਗੇ ਨੇ 25% ਜਿਹੜੇ ਹੈਗੇ ਨੇ ਉਹ ਫੀਮੇਲ ਦੇ ਅਤੇ 25% ਕਿਹਦੇ ਨੇ ਉਹ ਮੇਲ ਦੇ ਨੇ। ਇਟ ਮੀਨਸ ਨਾਰਮਲ ਮੇਲ ਹੈ, ਫੀਮੇਲ ਕੈਰੀਅਰ ਹੈ। ਤਾਂ ਇਹ ਐਗਜ਼ਾਮਪਲ ਮੈਂ ਇਸ ਕਰਕੇ ਲਈ ਹੈ ਕਿ ਨਾਰਮਲ ਫੀਮੇਲ ਹੈ ਜਿਹੜਾ ਉਹ ਦੇਖਣ ਨੂੰ ਬਿਲਕੁਲ ਨਾਰਮਲ ਲੱਗ ਰਿਹਾ ਹੈ, ਤੇ ਇਹ ਜੋ ਕੈਰੀਅਰ ਫੀਮੇਲ ਹੈਗੀ ਇਹ ਦੇਖਣ ਤੋਂ ਨਾਰਮਲ ਹੈ, ਹੀਮੋਫਿਲਿਕ ਨਹੀਂ ਹੈਗੀ। ਆਲਦੋ ਇਹਦੀ ਜੈਨੇਟਿਕਸ ਸਾਨੂੰ ਕਹਿ ਰਹੀ ਹੈ ਕਿ ਇਹ ਕੈਰੀਅਰ ਹੈ, ਬਟ ਇਹ ਐਕਸਟਰਨਲੀ ਸਾਨੂੰ ਇਹਦੇ ਵਿੱਚ ਕੋਈ ਵੀ ਸਿੰਪਟਮ ਹੀਮੋਫੀਲੀਆ ਦਾ ਨਹੀਂ ਹੈਗਾ। ਇਹਦਾ ਮਤਲਬ ਦੋਨੋਂ ਪਰਸਨ ਦੇਖਣ ਨੂੰ ਸਾਨੂੰ ਹੀਮੋਫਿਲਿਕ ਨਹੀਂ ਲੱਗ ਰਹੇ, ਬਟ ਜਦੋਂ ਇਹਨਾਂ ਦਾ ਜਿਹੜਾ ਕ੍ਰਾਸ ਤੋਂ ਬਾਅਦ ਦੇ ਵਿੱਚ ਸਾਡੇ ਕੋਲ ਰਿਜ਼ਲਟਸ ਆ ਰਹੇ ਹੈ ਤਾਂ 25% ਚਾਂਸ ਹੀਮੋਫਿਲਿਕ ਮੇਲ ਦੇ ਰਹਿਣਗੇ ਤੇ 25% ਕੈਰੀਅਰ ਦੇ ਰਹਿਣਗੇ ਤੇ 50% ਚਾਂਸਸ ਜਿਹੜੇ ਹੈਗੇ ਨੇ ਉਹ ਨਾਰਮਲ ਚਾਈਲਡ ਦੇ ਰਹਿਣਗੇ। ਸੋ ਇਹ ਸੀਗਾ ਬੇਟਾ ਸਾਡਾ ਸੈਕੰਡ ਕ੍ਰਾਸ, ਜਿਸ ਦੇ ਵਿੱਚ ਅਸੀਂ ਇਹ ਰਿਜ਼ਲਟਸ ਜਿਹੜੇ ਹੈਗੇ ਨੇ ਉਹ ਪ੍ਰੈਡਿਕਟ ਕੀਤੇ ਆ, ਨਾਰਮਲ ਡਾਟਰ, ਕੈਰੀਅਰ ਡਾਟਰ, ਨਾਰਮਲ ਸਨ ਐਂਡ ਸਨ ਵਿਦ ਹੀਮੋਫਿਲੀਆ। ਇਸੇ ਤਰੀਕੇ ਨਾਲ ਬੇਟਾ ਤੁਸੀਂ ਜਿਹੜਾ ਹੈਗਾ ਹੋਰ ਕ੍ਰਾਸ ਜਿਹੜਾ ਹੈਗਾ ਉਹ ਕਰਕੇ ਦੇਖ ਸਕਦੇ ਹੋ, ਜਿਹਦੇ ਵਿੱਚ ਫਾਦਰ ਜਿਹੜਾ ਹੈ ਉਹਦਾ ਨਾਰਮਲ ਜੀਨ ਹੈ, ਮਦਰ ਜਿਹੜਾ ਹੈਗਾ ਉਹ ਕੈਰੀਅਰ ਹੈ। ਮੈਂ ਤੁਹਾਨੂੰ ਗੈਮੀਟਸ ਦੱਸ ਦੇਣਾ, ਕ੍ਰਾਸ ਤੁਸੀਂ ਆਪਣੇ ਆਪ ਕਰਕੇ ਦੇਖਣਾ ਹੈ। ਸੋ ਫਾਦਰ ਵਿਦ ਨਾਰਮਲ ਜੀਨ ਇਟ ਮੀਨਸ XY ਐਂਡ ਮਦਰ ਇਜ਼ ਕੈਰੀਅਰ ਇਟ ਮੀਨਸ XH। ਜਾਂ ਬੇਟਾ ਜਿਹੜਾ ਹੈਗਾ ਹੋਰ ਕ੍ਰਾਸ ਹੋ ਸਕਦਾ ਜਿਵੇਂ ਕੈਰੀਅਰ ਮਦਰ ਹੈ XHX, ਤੇ ਤੁਸੀਂ ਇੱਕ ਹੋਰ ਕ੍ਰਾਸ ਕਰਕੇ ਦੇਖੋ ਇਸ ਦਾ ਹੀਮੋਫਿਲਿਕ ਫਾਦਰ ਦੇ ਨਾਲ XHY। ਤਾਂ ਇਹ ਬੇਟਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕ੍ਰਾਸ ਹੈਗੇ ਨੇ ਤੁਸੀਂ ਕਰਕੇ ਵੇਖਣੇ ਹੈ। ਸੋ ਇਹ ਆਪਣਾ ਸਭ ਤੋਂ ਪਹਿਲਾ ਡਿਸਆਰਡਰ ਹੀਮੋਫਿਲੀਆ। ਸੋ ਬੇਟਾ ਹੁਣ ਅਸੀਂ ਨੈਕਸਟ ਡਿਸਆਰਡਰ ਦੀ ਗੱਲ ਕਰ ਰਹੇ ਹਾਂ, ਦੈਟ ਇਜ਼ ਸਿਕਲ ਸੈੱਲ ਅਨੀਮੀਆ। ਸਿਕਲ ਸੈੱਲ ਅਨੀਮੀਆ ਕੀ ਹੈ ਬੇਟਾ? ਅਨੀਮੀਆ ਕੀ ਹੁੰਦਾ ਹੈ? ਅਨੀਮੀਆ ਦਾ ਮਤਲਬ ਹੁੰਦਾ ਖੂਨ ਦੀ ਕਮੀ ਹੋ ਜਾਣਾ। ਤਾਂ ਸਿਕਲ ਸੈੱਲ ਦਾ ਮਤਲਬ ਸਾਡੀਆਂ ਜੋ RBCs ਦੀ ਜੋ ਸ਼ੇਪ ਹੈਗੀ ਹੈ ਉਹ ਸਿਕਲ ਸ਼ੇਪਡ ਹੋ ਜਾਂਦੀਆਂ ਨੇ। ਇਸ ਟੌਪਿਕ ਨੂੰ ਬੇਟਾ ਸਮਝਣ ਤੋਂ ਪਹਿਲਾਂ ਤੁਸੀਂ ਇੱਕ ਡੈਫੀਨੇਸ਼ਨ ਜੋ ਹੈਗੀ ਹੈ ਮੈਂ ਇਸ ਚੈਪਟਰ ਦੇ ਵਿੱਚ ਤੁਸੀਂ ਪਹਿਲਾਂ ਪੜ੍ਹੀ ਹੋਣੀ ਹੈ, ਪਲੀਓਟ੍ਰੋਪੀ। ਪਲੀਓਟ੍ਰੋਪੀ ਬਾਰੇ ਬੇਟਾ ਜਿਹੜਾ ਹੈਗਾ ਸਾਨੂੰ ਪਤਾ ਹੋਣਾ ਚਾਹੀਦਾ ਹੈ। ਪਲੀਓਟ੍ਰੋਪੀ ਕੀ ਹੈ?
ਦਿਸ ਇਜ਼ ਦਾ ਮਲਟੀਪਲ ਫਿਨੋਟਿਪਿਕ ਇਫੈਕਟ ਆਫ ਅ ਸਿੰਗਲ ਜੀਨ। ਅਸੀਂ ਬੇਟਾ ਇਹ ਗੱਲ ਕੀਤੀ ਹੈ ਕਿ ਜੇ ਇੱਕ ਜੀਨ ਦੇ ਵਿੱਚ ਅਲਟਰੇਸ਼ਨ ਹੁੰਦੀ ਹੈ ਨਾ ਤਾਂ ਉਹ ਸਾਡੀ ਫਿਨੋਟਾਈਪ ਨੂੰ ਇਫੈਕਟ ਕਰਦਾ ਹੈ। ਜਿਵੇਂ ਅਸੀਂ ਹੁਣੇ ਹੀਮੋਫੀਲੀਆ ਦੇ ਵਿੱਚ ਦੇਖਿਆ ਹੈ ਤਾਂ ਬੇਟਾ ਜੇ ਇੱਕ ਜੀਨ ਦੀ ਅਲਟਰੇਸ਼ਨ ਹੋਣ ਦੇ ਨਾਲ ਸਾਡੀ ਬਾਡੀ ਦੇ ਵਿੱਚ ਇੱਕ ਚੇਂਜ ਨਾ ਆ ਕੇ ਮਲਟੀਪਲ ਫਿਨੋਟਿਪਿਕ ਚੇਂਜਸ ਆ ਜਾਣ ਤਾਂ ਉਸ ਫਿਨੋਮੀਨਾ ਨੂੰ ਅਸੀਂ ਪਲੀਓਟ੍ਰੋਪੀ ਬੋਲਦੇ ਹਾਂ। ਪਲੀਓਟ੍ਰੋਪੀ ਦੀ ਬੇਟਾ ਜੇ ਅਸੀਂ ਐਗਜ਼ਾਮਪਲ ਲੈਣੀ ਹੈ, ਬੈਸਟ ਐਗਜ਼ਾਮਪਲ ਜਿਹੜੀ ਹੈਗੀ ਉਸ ਦੀ ਸਿਕਲ ਸੈੱਲ ਐਨੀਮੀਆ ਇੱਕ ਬਹੁਤ ਅੱਛੀ ਐਗਜ਼ਾਮਪਲ ਹੈ। ਤਾਂ ਸਿਕਲ ਸੈੱਲ ਐਨੀਮੀਆ ਦੇ ਵਿੱਚ ਐਕਚੁਅਲੀ ਹੁੰਦਾ ਕੀ ਹੈ ਬੇਟਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਿਕਲ ਸੈੱਲ ਐਨੀਮੀਆ ਦੇ ਵਿੱਚ ਜੋ ਸਾਡਾ ਹੀਮੋਫੀਲੀਆ ਹੈ, ਹੀਮੋਗਲੋਬਿਨ ਹੈਗਾ ਬੇਟਾ, ਹੀਮੋਗਲੋਬਿਨ ਅਬਨੋਰਮਲ ਹੋ ਜਾਂਦਾ ਹੈ। ਇਹ ਜਿਹੜਾ ਮੇਜਰ ਇਫੈਕਟ ਹੈ, ਜੋ ਜੀਨ ਦਾ ਮੇਜਰ ਇਫੈਕਟ ਹੈ ਉਹ ਇਹ ਆ ਰਿਹਾ ਹੈ ਕਿ ਜੀਨ ਦੀ ਅਲਟਰੇਸ਼ਨ ਦੇ ਨਾਲ ਉਸ ਦੇ ਨਾਲ ਕੀ ਹੋ ਰਿਹਾ, ਸਾਡੀ ਹੀਮੋਫੀਲੀਆ ਜਿਹੜਾ ਹੈਗਾ ਉਹ ਕੀ ਹੋ ਗਿਆ, ਅਬਨੋਰਮਲ ਹੋ ਗਿਆ। ਹੁਣ ਬੇਟਾ ਜਿਹੜਾ ਅਬਨੋਰਮਲ ਹੀਮੋਫੀਲੀਆ ਹੈ, ਜਿਹੜਾ ਨਾਰਮਲ ਹੀਮੋਫੀਲੀਆ ਨਹੀਂ ਹੈ, ਨਾਰਮਲ ਹੀਮੋਫੀਲੀਆ ਨੂੰ ਜਦੋਂ ਆਕਸੀਜਨ ਮਿਲੇਗੀ ਤਾਂ ਉਸ ਦੇ ਨਾਲ ਕੰਬਾਈਨ ਕਰ ਜਾਏਗਾ। ਅਬਨੋਰਮਲ ਹੀਮੋਫੀਲੀਆ ਨੂੰ ਜਦੋਂ ਹੀ ਆਕਸੀਜਨ ਦੀ ਸ਼ਾਰਟੇਜ ਹੋਏਗੀ ਅਸੀਂ ਬੇਟਾ ਇਸ ਨੂੰ ਹੀਮੋਗਲੋਬਿਨ ਐਸ ਕਹਿ ਸਕਦੇ ਹਾਂ, ਜੋ ਕਿ ਅਬਨੋਰਮਲ ਹੀਮੋਗਲੋਬਿਨ ਹੈ। ਤਾਂ ਜਿਵੇਂ ਹੀ ਇਸ ਨੂੰ ਆਕਸੀਜਨ ਦੀ ਬੇਟਾ ਸ਼ਾਰਟੇਜ ਹੋਏਗੀ ਤਾਂ ਇਹ ਜਿਹੜੇ ਹੀਮੋਗਲੋਬਿਨ ਦੇ ਜਿਹੜੇ ਮੋਲੀਕਿਊਲਸ ਹੈਗੇ ਨੇ ਇਹ ਐਗਰੀਗੇਟ ਹੋ ਜਾਣਗੇ, ਸਟਿਫ ਫਾਈਬਰਸ ਬਣਾ ਦੇਣਗੇ ਤੇ ਇਹਨਾਂ ਸਟਿਫ ਫਾਈਬਰਸ ਦੇ ਨਾਲ ਬੇਟਾ ਇਹ ਆਰਬੀਸੀਜ਼ ਦੀ ਸ਼ੇਪ ਚੇਂਜ ਕਰ ਦੇਣਗੇ ਤੇ ਆਰਬੀਸੀਜ਼ ਜਿਹੜੀਆਂ ਹੈਗੀਆਂ ਨੇ ਬੇਟਾ ਉਹ ਕੀ ਬਣ ਜਾਣਗੀਆਂ, ਸਿਕਲ ਸ਼ੇਪਡ। ਇਟ ਮੀਨਸ ਬੇਟਾ ਇਹ ਦੇਖੋ ਡਾਇਗਰਾਮ ਦੇ ਵਿੱਚ, ਫੋਟੋਗ੍ਰਾਫ ਦੇ ਵਿੱਚ ਦਿਖਾਇਆ ਹੋਇਆ ਤਾਂ ਨਾਰਮਲ ਸੈਲਸ ਨੇ, ਨਾਰਮਲ ਆਰਬੀਸੀਜ਼ ਇਸ ਸ਼ੇਪ ਦੀਆਂ ਹੈਗੀਆਂ ਨੇ, ਬਟ ਇਹ ਕੀ ਹੋ ਗਈਆਂ ਬੇਟਾ, ਸਿਕਲ ਸ਼ੇਪਡ ਹੋ ਗਈਆਂ। ਕਿਉਂ ਹੋ ਗਈਆਂ? ਬਿਕੋਜ਼ ਇਹਨਾਂ ਦਾ ਹੀਮੋਗਲੋਬਿਨ ਜਿਹੜਾ ਹੈਗਾ ਸੀ ਉਹ ਕੀ ਸੀ, ਅਬਨੋਰਮਲ ਸੀ। ਹੀਮੋਗਲੋਬਿਨ ਦੇ ਅਬਨੋਰਮਲ ਹੋਣ ਦਾ ਰੀਜ਼ਨ ਕੀ ਹੈ? ਕਿਉਂਕਿ ਬੇਟਾ ਇਹ ਇੱਕ ਜੈਨੇਟਿਕ ਲੈਵਲ ਦੇ ਉੱਤੇ ਜਿਹੜਾ ਸਾਡੇ ਕੋਲ ਜੀਨ ਹੈਗਾ, ਇੱਕ ਆਟੋਸੋਮਲ ਹੈਰੀਡਿਟਰੀ ਡਿਸੀਜ਼ ਹੈਗੀ ਹੈ, ਸੋ ਉਸ ਜੀਨ ਕਰਕੇ ਜਿਹੜਾ ਮੇਜਰ ਇਫੈਕਟ ਹੈ ਉਹ ਅਬਨੋਰਮਲ ਹੀਮੋਗਲੋਬਿਨ ਆਇਆ। ਤਾਂ ਅਬਨੋਰਮਲ ਹੀਮੋਗਲੋਬਿਨ ਨੇ ਜੋ ਹੈਗਾ ਬੇਟਾ ਸਿਕਲ ਸੈਲਸ ਦੇ ਤੇ, ਹੁਣ ਇੱਥੇ ਸਿਕਲ ਸੈਲਸ ਹੋਣ ਨਾਲ ਚੇਂਜ ਕੀ ਆਇਆ, ਜੋ ਤਾਂ ਬੇਟਾ ਸਾਡੇ ਨਾਰਮਲ ਸੈਲ ਸੀਗੇ, ਨਾਰਮਲ ਸੈਲਸ ਤਾਂ ਬਲੱਡ ਕੈਪਲਰੀਜ਼ ਦੇ ਵਿੱਚੋਂ ਈਜ਼ੀਲੀ ਸਕੁਈਜ਼ ਕਰ ਸਕਦੇ ਹੈ, ਬਾਹਰ ਨਿਕਲ ਸਕਦੇ ਹੈ, ਬਟ ਜਿਹੜੀਆਂ ਸਿਕਲ ਸ਼ੇਪਡ ਜਾਂ ਸਿਕਲ ਐਰੀਥਰੋਸਾਈਟਸ ਹੋ ਗਈਆਂ, ਸਿਕਲ ਸ਼ੇਪਡ ਜਿਹੜੀਆਂ ਆਰਬੀਸੀਜ਼ ਹੋ ਗਈਆਂ, ਇਹਨਾਂ ਦੇ ਵਿੱਚ ਫਲੈਕਸੀਬਿਲਿਟੀ ਨਹੀਂ ਹੁੰਦੀ। ਫਲੈਕਸੀਬਿਲਿਟੀ ਨਾ ਹੋਣ ਕਰਕੇ ਬੇਟਾ ਇਹ ਨੈਰੋ ਕੈਪਲਰੀਜ਼ ਦੇ ਵਿੱਚੋਂ ਪਾਸ ਨਹੀਂ ਕਰ ਸਕਦੀਆਂ, ਜਿਹਦੇ ਕਰਕੇ ਬੇਟਾ ਇਹ ਉੱਥੇ ਹੀ ਇਕੱਠੀਆਂ ਹੋ ਜਾਂਦੀਆਂ ਨੇ, ਕਲੰਪਿੰਗ ਕਰ ਦਿੰਦੀਆਂ ਨੇ। ਤਾਂ ਇਹਦੇ ਰਿਜ਼ਲਟ ਨਾਲ ਬੇਟਾ ਹੋਰ ਕਿਹੜੇ ਸੈਕੰਡਰੀ ਇਫੈਕਟਸ ਆਉਣਗੇ? ਦੇਖੋ ਸਭ ਤੋਂ ਪਹਿਲੀ ਮੈਂ ਗੱਲ ਦੱਸੀ ਹੈ ਕਿ ਸਕਵੀਜ਼ ਨਾ ਹੋਣ ਕਰਕੇ ਇਹਨਾਂ ਦੀ ਕਲੰਪਿੰਗ ਹੋ ਜਾਏਗੀ, ਤਾਂ ਇਹ ਜਿਹੜੀਆਂ ਹੈਗੀਆਂ ਸਮਾਲ ਬਲੱਡ ਵੈਸਲ ਦੀ ਕਲੌਟਿੰਗ ਜਿਹੜੀ ਹੈਗੀ ਹੋ ਜਾਣਗੀ। ਕਲੌਟ ਹੋਣ ਦੇ ਨਾਲ ਬੇਟਾ ਕੀ ਚਾਂਸਸ ਹੋ ਸਕਦੇ ਨੇ? ਹਾਰਟ ਫੇਲੀਅਰ ਹੋ ਸਕਦਾ ਇਹਨਾਂ ਦੀ ਕਲੌਟਿੰਗ ਨਾਲ, ਪੇਨ ਫੀਵਰ ਵੀ ਹੋ ਸਕਦਾ ਹੈ, ਬ੍ਰੇਨ ਡੈਮੇਜ ਵੀ ਹੋ ਸਕਦਾ ਹੈ। ਦੈਨ ਬੇਟਾ ਜਿਹੜਾ ਹੈਗਾ ਦੂਸਰਾ ਕੀ ਹੋ ਸਕਦਾ ਹੈ ਕਿ ਜਿਹੜੀਆਂ ਇਹ ਸਿਕਲ ਸੈਲਸ ਜਿਹੜੀਆਂ ਆਰਬੀਸੀਜ਼ ਹੈਗੀਆਂ ਨੇ ਇਹ ਸਪਲੀਨ ਦੇ ਵਿੱਚ ਅਕਮੂਲੇਟ ਹੋ ਸਕਦੀਆਂ ਨੇ। ਜੇ ਸਪਲੀਨ 'ਚ ਅਕਮੂਲੇਟ ਹੋ ਗਈਆਂ ਤਾਂ ਸਪਲੀਨ ਨੂੰ ਡੈਮੇਜ ਕਰ ਸਕਦੀਆਂ ਨੇ। ਇੱਕ ਹੋਰ ਕੀ ਹੋ ਸਕਦਾ ਕਿ ਜਿਹੜੀਆਂ ਇਹ ਆਰਬੀਸੀਜ਼ ਨੇ ਅਬਨੋਰਮਲ ਨੇ, ਸਿਕਲ ਸ਼ੇਪਡ ਆਰਬੀਸੀਜ਼ ਨੇ, ਇਹਨਾਂ ਦੀ ਜਲਦੀ ਬ੍ਰੇਕਡਾਊਨ ਹੋ ਜਾਏਗੀ। ਜੇ ਆਰਬੀਸੀਜ਼ ਦੀ ਬ੍ਰੇਕਡਾਊਨ ਹੋ ਜਾਏਗੀ ਤਾਂ ਸਾਨੂੰ ਜਨਰਲ ਵੀਕਨੈਸ ਹੋ ਜਾਏਗੀ, ਅਨੀਮੀਆ ਹੋ ਜਾਏਗਾ, ਜੋ ਕਿ ਅਸੀਂ ਸਿਕਲ ਸੈੱਲ ਅਨੀਮੀਆ ਦੀ ਗੱਲ ਕਰ ਰਹੇ ਹਾਂ, ਆਰਬੀਸੀਜ਼ ਜਿਹੜਾ ਹੈਗਾ। ਦੈਨ ਹਾਰਟ ਫੇਲੀਅਰ ਹੋ ਸਕਦਾ ਹੈ। ਇਟ ਮੀਨਸ ਜਿਹੜੇ ਹੈਗੇ ਨੇ ਬੇਟਾ ਇਹ ਜਿਹੜੇ ਹੈਗੇ ਨੇ ਇਫੈਕਟ ਸਾਡੇ ਕੋਲ ਜਿੰਨੇ ਵੀ ਇਹ ਇਫੈਕਟ ਆ ਰਹੇ ਨੇ, ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰੇ ਦੇ ਸਾਰੇ ਇਫੈਕਟ ਜਿਹੜੇ ਨੇ ਕੀ ਨੇ ਬੇਟਾ, ਉਹ ਸੈਕੰਡਰੀ ਇਫੈਕਟ ਨੇ। ਕਿਉਂਕਿ ਜੋ ਇਸ ਦਾ ਮੇਜਰ ਇਫੈਕਟ ਸੀਗਾ, ਮੇਜਰ ਇਫੈਕਟ ਕੀ ਸੀਗਾ ਕਿ ਅਬਨੋਰਮਲ ਜਿਹੜਾ ਹੈਗਾ ਹੀਮੋਗਲੋਬਿਨ ਹੋਣਾ, ਬਟ ਅਬਨੋਰਮਲ ਹੀਮੋਗਲੋਬਿਨ ਤਾਂ ਹੋ ਗਿਆ, ਉਸ ਦੇ ਸੈਕੰਡਰੀ ਰਿਜ਼ਲਟ ਸਾਨੂੰ ਇੱਥੇ ਦੇਖਣ ਨੂੰ ਮਿਲੇ। ਹੁਣ ਇਹਨਾਂ ਦੇ ਵਿੱਚੋਂ ਫਰਦਰ ਜਿਹੜਾ ਹੈਗਾ ਬੇਟਾ ਕਲੰਪਿੰਗ ਹੋਣ ਕਰਕੇ ਜੇ ਬ੍ਰੇਨ ਨੂੰ ਜਿਹੜੀ ਹੈਗੀ ਬਲੱਡ ਸਪਲਾਈ ਜਿਹੜੀ ਹੈਗੀ ਹੈ, ਆਕਸੀਜਨ ਦੀ ਸਪਲਾਈ ਇੰਪੀਡ ਹੋ ਗਈ, ਬ੍ਰੇਨ ਡੈਮੇਜ ਹੋ ਸਕਦਾ ਹੈ, ਉਹਦੇ ਨਾਲ ਮੈਂਟਲ ਫੰਕਸ਼ਨ ਇੰਪੇਅਰਡ ਹੋ ਸਕਦੇ ਨੇ, ਪੈਰਾਲਿਸਿਸ ਹੋ ਸਕਦੀ ਹੈ, ਨਿਮੋਨੀਆ, ਰਿਮੋਟਿਡ ਜਿਹੜਾ ਹੈਗਾ ਬੇਟਾ ਅਰਥਰਾਈਟਸ ਜਾਂ ਕਿਡਨੀ ਫੇਲੀਅਰ, ਇਹੋ ਜਿਹੇ ਬੇਟਾ ਜਿਹੜੇ ਹੈਗੇ ਨੇ ਚਾਂਸਸ ਹੋ ਸਕਦੇ ਨੇ। ਇਟ ਮੀਨਸ ਜਿੰਨੇ ਵੀ ਇਹ ਇਫੈਕਟ ਨੇ ਸਾਰੇ ਦੇ ਸਾਰੇ ਸੈਕੰਡਰੀ ਇਫੈਕਟ ਹੈਗੇ ਨੇ। ਸੋ ਇਟ ਮੀਨਸ ਬੇਟਾ ਜਿਹੜੀ ਮੈਂ ਗੱਲ ਤੁਹਾਨੂੰ ਹੁਣੇ ਕੀਤੀ ਸੀ, ਪਲੀਓਟ੍ਰੋਪੀ ਦੀ ਗੱਲ ਕੀਤੀ ਸੀ ਕਿ ਮਲਟੀਪਲ ਇਫੈਕਟ ਜਿਹੜਾ ਮਲਟੀਪਲ ਫਿਨੋਟਿਪਿਕ ਇਫੈਕਟ ਆਫ ਅ ਸਿੰਗਲ ਜੀਨ ਉਹ ਸਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਤਾਂ ਜੇ ਅਸੀਂ ਬੇਟਾ ਹੁਣ ਇਸ ਦੀ ਜੈਨੇਟਿਕਸ ਦੀ ਗੱਲ ਕਰੀਏ ਕਿ ਜੈਨੇਟਿਕਸ ਲੈਵਲ 'ਤੇ ਕੀ ਹੁੰਦਾ ਹੈ, ਤਾਂ ਬੇਟਾ ਇਹ ਜਿਹੜਾ ਸਿਕਲ ਸੈੱਲ ਹੈਗੇ ਨੇ ਇਹ ਸਾਡੇ ਕੋਲ ਬੇਟਾ ਆਟੋਸੋਮਲ ਰਿਸੈਸਿਵ ਡਿਸਆਰਡਰ ਹੈਗੇ ਨੇ। ਇਟ ਮੀਨਸ ਇਹ ਆਟੋਸੋਮਸ ਦੇ ਉੱਤੇ ਪ੍ਰੈਜ਼ੈਂਟ ਹੈ। ਜਿਵੇਂ ਪਹਿਲਾਂ ਅਸੀਂ XY ਦੀ ਗੱਲ ਕਰਦੇ ਸੀ ਕਿਉਂਕਿ ਜਰਮੀਨਲ ਸੈਲਸ ਦੇ ਉੱਤੇ ਪ੍ਰੈਜ਼ੈਂਟ ਸੀ, ਬਟ ਇਹ ਆਟੋਸੋਮਲ ਡਿਸਆਰਡਰ ਹੈਗਾ। ਇਹ ਹੋਰ ਜੀਨਸ ਜਿਹੜੇ ਬਾਡੀ ਦੇ ਹੋਰ ਬਾਕੀ ਸਾਰੇ ਉਸ ਨੂੰ ਕੰਟਰੋਲ ਕਰਦੇ ਉਹਦੇ ਉੱਤੇ ਪ੍ਰੈਜ਼ੈਂਟ ਹੈ। ਇਸ ਦੇ ਇਨਹੈਰੀਟੈਂਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬੇਟਾ। ਇੱਕ ਸਾਡੇ ਕੋਲ ਇਹਦੇ ਵਿੱਚ ਸਿਕਲ ਸੈੱਲ ਟ੍ਰੇਟ ਹੈਗਾ, ਦੋਨਾਂ ਦੇ ਵਿੱਚ ਹੀ ਹੈ। ਤਾਂ
ਇੱਕ ਜਿਹੜਾ ਹੈਗਾ ਬੇਟਾ ਆਪਣੇ ਕੋਲੇ ਅਲੀਲ HbA ਹੈ, ਇੱਕ HbS ਵਾਲਾ ਹੈਗਾ, ਇੱਕ ਜਿਹੜਾ ਹੈਗਾ ਆਪਣੇ ਕੋਲੇ ਨਾਰਮਲ ਹੈ, ਤੇ ਦੂਸਰਾ ਬੇਟਾ ਸਾਡੇ ਕੋਲੇ ਕਿਹਦੇ ਲਈ ਆ ਗਿਆ ਉਹ ਜਿਹੜੀ ਹੈਗੀ ਹੈ ਸਿਕਲ ਸੈੱਲ ਜਿਹੜੀ ਡਿਜ਼ੀਜ਼ ਹੈ ਇਸ ਦੇ ਲਈ ਆ ਗਿਆ। ਇਹਦਾ ਮਤਲਬ ਬੇਟਾ ਜੇ ਗੈਮੀਟ ਫਾਰਮੇਸ਼ਨ ਦੀ ਮੈਂ ਇੱਥੇ ਗੱਲ ਕਰਾਂ ਤਾਂ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਦੇ ਬੇਟਾ ਜਿਹੜੇ ਗੈਮੀਟਸ ਬਣ ਗਏ, ਇਹਨਾਂ ਗੈਮੀਟਸ ਨੂੰ ਐਕਚੁਅਲੀ ਜਿਹੜਾ ਹੈਗਾ ਆਪਾਂ ਬਣਾ ਕੇ ਦੇਖ ਸਕਦੇ ਹਾਂ HbA, ਇਹ ਗੈਮੀਟ ਬਣ ਗਿਆ। ਦੂਸਰਾ ਗੈਮੀਟ ਬਣ ਗਿਆ HbS, ਇਹ ਗੈਮੀਟ ਬਣ ਗਿਆ। ਤੇ ਇੱਧਰ ਜਿਹੜੇ ਹੈਗੇ ਨੇ ਬੇਟਾ ਆਪਣੇ ਕੋਲੇ ਬਣ ਗਏ HbA, ਇਹ ਗੈਮੀਟ ਬਣ ਗਿਆ, ਤੇ HbS, ਇਹ ਗੈਮੀਟ ਬਣ ਗਿਆ। ਤਾਂ ਇਹਦਾ ਬੇਟਾ ਜਿਹੜਾ ਹੈਗਾ ਜਿਹੜਾ ਕੰਬੀਨੇਸ਼ਨ ਇੱਥੇ ਹੋਏਗਾ, ਦੇਖੋ ਇਹ ਕੀ ਹੋਏਗਾ, ਨਾਰਮਲ ਹੋਏਗਾ। ਤਾਂ ਇਹਦੇ ਕੋਲੇ ਜਿਹੜਾ ਹੈਗਾ ਕੀ ਹੋ ਗਿਆ, ਇਸ ਦੀ ਤਰ੍ਹਾਂ ਸਿਕਲ ਸੈੱਲ ਟ੍ਰੇਟ ਜਿਹੜਾ ਪ੍ਰੈਜ਼ੈਂਟ ਹੈ, ਇੱਥੇ ਵੀ ਸਿਕਲ ਸੈੱਲ ਟ੍ਰੇਟ ਜੋ ਹੈ ਪ੍ਰੈਜ਼ੈਂਟ ਹੈ। ਬਟ ਬੇਟਾ ਇੱਥੇ ਦੋਨੋਂ ਜੀਨਸ ਜਿਹੜੇ ਹੈਗੇ ਨੇ ਉਹ ਔਨ ਕਰਕੇ ਕੀ ਹੋ ਜਾਏਗਾ, ਇਸ ਨੂੰ ਡਿਜ਼ੀਜ਼ ਹੋ ਜਾਏਗੀ। ਸੋ ਕੀ ਹੋ ਗਿਆ, ਇਹ ਸਿਕਲ ਸੈੱਲ ਡਿਜ਼ੀਜ਼ਡ। ਬਟ ਇੱਥੇ ਅਸੀਂ ਇਹ ਨਹੀਂ ਪ੍ਰੈਡਿਕਟ ਕਰ ਸਕਦੇ ਕਿ ਇਹ ਮੇਲ ਹੈ ਜਾਂ ਫੀਮੇਲ ਹੈ। ਕਿਉਂ? ਕਿਉਂਕਿ ਬੇਟਾ ਇਹ ਸੈਕਸ ਲਿੰਕਡ ਇਨਹੈਰੀਟੈਂਸ ਨਹੀਂ ਹੈਗਾ। ਇਹ ਜਿਹੜਾ ਸਿਕਲ ਸੈੱਲ ਦਾ ਹੈਗਾ ਇਹ ਆਟੋਸੋਮਸ ਦੇ ਉੱਤੇ ਪ੍ਰੈਜ਼ੈਂਟ ਹੈ। ਸੋ ਇਹ ਮੇਜਰ ਡਿਫਰੈਂਸ ਹੈਗਾ ਸਿਕਲ ਸੈੱਲ ਡਿਸਆਰਡਰ ਦਾ। ਸਾਡਾ ਜਿਹੜਾ ਦੂਸਰਾ ਬੇਟਾ ਅਸੀਂ ਹੁਣ ਇਸ ਤੋਂ ਪਹਿਲਾਂ ਡਿਸਆਰਡਰ ਕੀਤਾ ਸੀ, ਜਿਸ ਦੇ ਵਿੱਚ ਅਸੀਂ ਗੱਲ ਕੀਤੀ ਸੀ ਹੀਮੋਫੀਲੀਆ ਦੀ। ਸੋ ਇਹ ਸਾਡਾ ਸੈਕੰਡ ਡਿਸਆਰਡਰ ਸੀ ਬੇਟਾ। ਤਾਂ ਬੇਟਾ ਹੋਰ ਕਿਹੜੇ ਕਿਹੜੇ ਚਾਂਸਸ ਇਸ ਦੇ ਵਿੱਚ ਹੋ ਸਕਦੇ ਹੈ, ਕਿਉਂਕਿ ਅਸੀਂ ਟੌਪਿਕ ਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਜਾ ਕੇ ਕਰਨਾ ਜ਼ਰੂਰੀ ਹੁੰਦਾ ਹੈ। ਇਹ ਬੇਟਾ ਇੱਕ ਸਿਕਲ ਸੈੱਲ ਡਿਜ਼ੀਜ਼ਡ ਪਰਸਨ ਹੈਗਾ। ਇਸ ਕਲਰ ਦੇ ਵਿੱਚ ਦਿਖਾਇਆ ਕਿ ਸਿਕਲ ਸੈੱਲ ਟ੍ਰੇਟ ਇਹਨਾਂ ਕੋਲੇ ਹੈ। ਕਹਿੰਦਾ ਮਤਲਬ ਸਿਕਲ ਸੈੱਲ ਟ੍ਰੇਟ ਹੋਣ ਦਾ ਮਤਲਬ ਇਹਨਾਂ ਦਾ ਹੈ ਜੀਨੋਟਾਈਪ HbA, HbS। ਇਹ ਡਿਜ਼ੀਜ਼ਡ ਨਹੀਂ ਹੈਗੇ, ਬਟ ਇਹਨਾਂ ਕੋਲੇ ਜੀਨ ਜੋ ਹੈਗਾ ਉਹ ਪ੍ਰੈਜ਼ੈਂਟ ਹੈ। ਤੇ ਜਿਹੜੇ ਇਹ ਹੈਗੇ ਨੇ ਬੇਟਾ ਇਹ ਡਿਜ਼ੀਜ਼ਡ ਨੇ, ਇਹਨਾਂ ਦਾ ਹੈਗਾ HbS, HbS। ਤੇ ਇਹ ਨਾਰਮਲ ਨੇ। ਨਾਰਮਲ ਜਿਹੜੇ ਹੈਗੇ ਨੇ ਬੇਟਾ ਇਸ ਦਾ ਕੀ ਮਤਲਬ ਤੁਸੀਂ ਸਮਝਣਾ ਹੈ, HbA, HbA। ਤਾਂ ਇਹ ਮੈਂ ਸਕਰੀਨ ਦੇ ਉੱਤੇ ਬਹੁਤ ਜ਼ਿਆਦਾ ਤੁਹਾਨੂੰ ਜਿਹੜੇ ਕੇਸ ਦਿਖਾਏ ਨੇ, ਤੁਸੀਂ ਸਾਰੇ ਕੇਸਿਸ ਨੂੰ ਇਸੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮੈਂ ਤੁਹਾਨੂੰ ਬੇਟਾ ਇਹਨਾਂ ਦੇ ਵਿੱਚੋਂ ਸਿਰਫ ਇੱਕ ਕੇਸ ਜਿਹੜਾ ਹੈਗਾ ਉਹ ਸਮਝਾ ਰਿਹਾ ਹਾਂ। ਜੋ ਮੇਰੇ ਕੋਲੇ ਇਹ ਕੇਸ ਹੈ, ਕੇਸ ਨੰਬਰ 4। ਕੇਸ ਨੰਬਰ 4 ਦੇ ਵਿੱਚ ਬੇਟਾ ਇਹ ਨਾਰਮਲ ਹੀਮੋਗਲੋਬਿਨ ਹੈ। ਇਹਦਾ ਮਤਲਬ ਇਹਦਾ ਹੈਗਾ HbA, HbA। ਤੇ ਇਹ ਹੈਗਾ ਬੇਟਾ ਟ੍ਰੇਟ ਵਾਲਾ ਜਿਹਦੇ ਵਿੱਚ ਹੈਗਾ HbA, HbS। ਤਾਂ ਹੁਣ ਇਸ ਦੇ ਜਿੰਨੇ ਵੀ ਬੇਟਾ ਕੰਬੀਨੇਸ਼ਨ ਬਣ ਗਏ, ਜਿਵੇਂ ਇਸ ਦਾ ਕੰਬੀਨੇਸ਼ਨ ਹੋ ਸਕਦਾ ਇਹਦੇ ਨਾਲ, ਜੇ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਕੀ ਹੋ ਗਿਆ ਇਹ ਨਾਰਮਲ। ਇਹਦਾ ਕੰਬੀਨੇਸ਼ਨ ਬੇਟਾ HbS ਨਾਲ ਹੋ ਸਕਦਾ। ਜੇ ਇਹਦੇ ਨਾਲ ਕੰਬੀਨੇਸ਼ਨ ਹੋ ਗਿਆ ਕਿ ਇਹਦੇ ਕੋਲ ਟ੍ਰੇਟ ਪ੍ਰੈਜ਼ੈਂਟ ਹੈ। ਸਿਮਿਲਰਲੀ ਬੇਟਾ HbA ਜਿਹੜਾ ਦੂਸਰਾ ਹੈਗਾ ਉਹਦਾ ਕੇਸ ਕੰਬੀਨੇਸ਼ਨ A ਨਾਲ ਹੋ ਸਕਦਾ। ਇਹਦਾ ਮਤਲਬ ਕੀ ਹੋ ਗਿਆ ਉਹ ਨਾਰਮਲ। ਜਾਂ A ਦਾ S ਨਾਲ ਕੰਬੀਨੇਸ਼ਨ ਹੋ ਸਕਦਾ, ਇਹਦਾ ਮਤਲਬ ਉਹਦੇ ਕੋਲ ਕੀ ਆ ਗਿਆ ਟ੍ਰੇਟ। ਤਾਂ ਇਸ ਤਰੀਕੇ ਨਾਲ ਬੇਟਾ ਅਲੱਗ-ਅਲੱਗ ਕੰਬੀਨੇਸ਼ਨਸ ਹੋ ਸਕਦੇ ਨੇ। ਇਸ ਦੇ ਬੇਸ 'ਤੇ ਹੀ ਤੁਸੀਂ ਬਾਕੀ ਜਿੰਨੇ ਵੀ ਕੇਸ ਨੇ 1 2 3 4 5 ਕੇਸ ਜਿਹੜੇ ਹੈਗੇ ਨੇ ਬੇਟਾ ਮੈਂ ਸਕਰੀਨ 'ਤੇ ਦਿੱਤੇ ਹੋਏ ਨੇ। ਇਹਨਾਂ 5 ਕੇਸਿਸ ਨੂੰ ਤੁਸੀਂ ਇਸ ਤੋਂ ਬਾਅਦ ਦੇ ਵਿੱਚ ਲੈਕਚਰ ਖਤਮ ਹੋਣ ਤੋਂ ਬਾਅਦ ਦੇ ਵਿੱਚ ਆਪਣੀ ਨੋਟਬੁੱਕ ਦੇ ਉੱਤੇ ਬਣਾ ਕੇ ਵੇਖਣਾ ਹੈ। ਸੋ ਬੇਟਾ ਇਹ ਸੀ ਸਾਡਾ ਅੱਜ ਦਾ ਟੌਪਿਕ, ਜਿਸ ਦੇ ਵਿੱਚ ਅਸੀਂ 2 ਜੈਨੇਟਿਕ ਡਿਸਆਰਡਰਸ ਨੂੰ ਡਿਟੇਲ ਦੇ ਵਿੱਚ ਸਟੱਡੀ ਕਰ ਸਕੇ ਹਾਂ, ਜਿਹਦੇ ਵਿੱਚ ਬੇਟਾ ਅਸੀਂ ਸਿਕਲ ਸੈੱਲ ਅਨੀਮੀਆ ਨੂੰ ਤੇ ਹੀਮੋਫੀਲੀਆ ਨੂੰ, ਜਿਹੜੀਆਂ ਬੇਟਾ 2 ਐਗਜ਼ਾਮਪਲ ਸਾਡੇ ਕੋਲੇ ਹੈਗੀਆਂ ਨੇ, ਉਹਨਾਂ 2 ਐਗਜ਼ਾਮਪਲਸ ਨੂੰ ਅਸੀਂ ਨੈਕਸਟ ਲੈਕਚਰ ਦੇ ਵਿੱਚ ਸਟੱਡੀ ਕਰਾਂਗੇ। ਥੈਂਕ ਯੂ।